ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਹੇ ਮੁਹੱਬਤ ਐਪੀਸੋਡ 20ਵਾਂ ਐਪੀਸੋਡ 20 ਮੁਰਦਾ ਮੁਰੀਦ। ਇਹ ਟੌਪਿਕ ਜਿਹੜਾ ਹੈ ਕਿ ਇੱਕ ਮੁਰੀਦ ਮੀਨਸ ਜਿਵੇਂ ਮਲਾਈ ਬੋਲੀ ਵਿੱਚ ਆਪਾਂ ਮੁਰੀਦ ਕਹਿ ਦਿੰਦੇ ਹਾਂ। ਮੁਰੀਦ ਮੀਨਸ ਸਟੂਡੈਂਟ, ਸਟੂਡੈਂਟ ਮੀਨ ਡਿਸਾਈਪਲ। ਕਹਿੰਦੇ ਮੁਰਦਾ ਚਾਹੀਦਾ, ਮਰਿਆ ਹੋਇਆ ਚਾਹੀਦਾ। ਇਫ ਯੂ ਵਾਂਟ ਟੂ ਬਿਕਮ ਅ ਗੁੱਡ ਸਟੂਡੈਂਟ ਯੂ ਹੈਵ ਟੂ ਡਾਈ ਫॉर ਇਟ। ਸੋ ਮੁਰਦਾ ਹੋਏ ਮੁਰੀਦ ਦੇ ਟੌਪਿਕ ਦੇ ਵਿੱਚ ਪਹਿਲਾਂ ਆਪਾਂ ਡੈਫੀਨੇਸ਼ਨ ਦੇਖਾਂਗੇ, ਫਿਰ ਸਿੱਖੀ ਐਂਡ ਡੈਥ ਦਾ ਕੀ ਸੰਬੰਧ ਹੈ। ਦੂਜਾ, ਸਿੱਖੀ ਕਿੰਨੇ ਤਰ੍ਹਾਂ ਦੀ ਹੈ। ਦੇयर ਹਾਊ ਮੈਨੀ ਟਾਈਪਸ ਆਫ ਸਿੱਖਸ ਔਰ ਹਾਊ ਮੈਨੀ ਟਾਈਪਸ ਆਫ ਸਿੱਖੀ ਦੈਟ ਪੀਪਲ ਅਡੋਪਟ ਇਨ देयर ਲਾਈਫ। ਤੇ ਮੁਰੀਦ ਮੁਰਦਾ ਜਿਹੜਾ ਹੈ, ਕੌਪਸ ਜਿਹੜੇ ਹੁੰਦੇ ਨੇ ਉਹ ਕਿਹੋ ਜਿਹਾ ਹੁੰਦਾ ਹੈ, ਮਰੀ ਹੋਈ ਬੋਡੀ, ਡੈਡ ਬੋਡੀ ਕਹਿ ਦਈਏ। ਕਿਉਂ ਸਿੱਖ ਨੂੰ ਇੱਕ ਡੈਡ ਬੋਡੀ ਬਣਨਾ ਪੈਣਾ ਹੈ। ਐਂਡ ਦੈਨ ਦ ਰਿਲੇਸ਼ਨਸ਼ਿਪ ਜਿਹੜਾ ਹੁੰਦਾ ਹੈ, ਜਿਹੜਾ ਸਰਬੰਧ ਹੈ ਇੱਕ ਪੀਰ ਦਾ ਤੇ ਉਹਦੇ ਮੁਰੀਦ ਦਾ, ਅ ਟੀਚਰ ਐਂਡ ਦ ਸਟੂਡੈਂਟ, ਔਰ ਗੁਰੂ ਐਂਡ ਦ ਸਿੱਖ, ਉਹਦਾ ਰਿਲੇਸ਼ਨਸ਼ਿਪ ਕੀ ਹੈ। ਫਿਰ ਨਾਈ ਧਿੰਗੇ ਦੀ ਸਾਖੀ ਆਵੇਗੀ ਤੇ ਇੱਕ ਜਿਹੜਾ ਐਸਾ ਜਿਹੜਾ ਹੈ ਇੱਕ ਸਿੱਖ ਕੈਸਾ ਹੋਣਾ ਚਾਹੀਦਾ, ਕਿਹੜੇ ਉਹਦੇ ਵਿੱਚ ਗੁਣ ਚਾਹੀਦੇ ਨੇ, ਫਿਰ ਆਪਾਂ ਕਨਕਲੂਜਨ ਕਰਾਂਗੇ। ਪਹਿਲੀ ਗੱਲ ਹੈ ਡੈਫੀਨੇਸ਼ਨ। ਮੁਰਦਾ ਮੁਰੀਦ ਡਿਰਾਈਵ ਫਰਮ ਟੂ ਵਰਡਸ, ਹੈ ਨਾ, ਦੋ ਗੱਲਾਂ ਤੋਂ ਹੁੰਦਾ ਹੈ। ਇੱਕ ਹੁੰਦਾ ਹੈ ਮੁਰੀਦ ਮੀਨਸ ਸਟੂਡੈਂਟ, ਮੁਰਦਾ ਮੀਨਸ ਮਰਿਆ ਹੋਇਆ। ਸੋ ਅ ਡੈਡ ਮੁਰੀਦ, ਸੋ ਮੁਰੀਦ ਹੈਜ਼ ਟੂ ਬੀ ਡੈਡ। ਸੋ ਉਹ ਕਿਵੇਂ ਕਹਿੰਦੇ, ਮੁਰਦਾ ਜਿਹੜਾ ਹੈ ਇੱਕ ਜਿਹੜਾ ਹਨ ਮੁਰਦਾ ਇੱਕ ਕੌਪਸ ਬਣ ਕੇ ਵੀ ਇੱਕ ਜਿਹੜਾ ਸਿੱਖ ਇੱਕ ਪੱਕਾ ਸਿੱਖ ਬਣ ਸਕਦਾ ਹੈ। ਓਨਲੀ ਦੈਨ ਅ ਸਿੱਖ ਬਿਕਮਸ ਅ ਪ੍ਰੋਪਰ ਸਿੱਖ। ਓਕੇ, ਹਾਊ ਡਸ ਦੈਟ ਹੈਪਨ, ਉਹ ਆਪਾਂ ਬਾਅਦ ਚ ਵਿਚਾਰਾਂਗੇ। ਕੁਆਲਿਟੀਵਲੀ ਜਿਹੜੇ ਭਾਈ ਗੁਰਦਾਸ ਜੀ ਨੇ ਆਪਾਂ ਨੂੰ ਦੱਸਿਆ ਹੈ ਨਾ, ਕਹਿੰਦੇ ਸਿੱਖੀ ਦੇ ਵਿੱਚ ਨਾ, ਕਹਿੰਦੇ ਇੱਕ ਐਸੀ ਲਾਈਫ ਹੋਣੀ ਚਾਹੀਦੀ ਆ ਸਿੱਖ ਦੀ ਜਿਹਦੇ ਵਿੱਚ ਉਹ ਟੋਟਲੀ ਗੁਰੂ ਨੂੰ ਰਿਫਲੈਕਟ ਕਰਦਾ ਹੋਵੇ ਆਪਣੇ ਜੀਵਨ ਵਿੱਚ। ਜਿਵੇਂ ਇੱਕ ਸਿੱਖ ਨੂੰ ਤੁਸੀਂ ਦੇਖੋਗੇ, ਇੱਕ ਗੁਰੂ ਨੂੰ ਦੇਖੋਗੇ, ਦੇ ਆਰ ਆਫ ਦ ਸੇਮ ਲੈਂਥ ਆਫ ਥਾਟਸ, ਉਹਨਾਂ ਦੀ ਸੇਮ ਹੁੰਦੀ ਹੈ। ਇੱਕ ਤਰ੍ਹਾਂ ਦੀ ਸੋਚਣੀ, ਇੱਕ ਤਰ੍ਹਾਂ ਦੀ ਉਹਨਾਂ ਦੀ ਕਰਨੀ ਹੁੰਦੀ ਹੈ। ਜਿਵੇਂ ਜੋ ਗੁਰੂ ਕਰੇਗਾ ਉਹੀ ਸਿੱਖ ਕਰੇਗਾ। ਸੋ ਇਸ ਤਰ੍ਹਾਂ ਕਰਕੇ ਹੁਣ ਇੱਕ ਸਿੱਖ ਵਾਸਤੇ ਮਰਨਾ ਜਿਹੜਾ ਹੈ, ਇੱਕ ਡੈਡ ਬੋਡੀ ਬਣਨੇ ਵਿੱਚ ਦੋ ਗੱਲਾਂ ਹੁੰਦੀਆਂ ਨੇ। ਹਾਊ ਡੂ ਯੂ ਡਾਈ ਦੈਟ? ਯੂ ਡੋਂਟ ਰੀਲੀ ਗੋ ਇਨ ਕਮਿਟ ਸੁਸਾਈਡ ਟੂ ਡਾਈ, ਨੋ, ਐਸੀ ਮੌਤ ਨਹੀਂ। ਮੌਤ ਉਹ ਹੈ ਕਿ ਦੁਨੀਆ ਦੇ ਮਟੀਰੀਅਲਿਸਟਿਕ ਇਹ ਵਰਲਡ ਜਿਹੜੀ ਹੈ ਨਾ, ਇਹ ਪਦਾਰਥਾਂ ਤੋਂ ਬੰਦੇ ਨੇ ਮਰ ਜਾਣਾ, ਮਤਲਬ ਇਹਦੀ ਖੁਆਇਸ਼ ਮੁੱਕ ਜਾਣੀ। ਯੂ ਡੋਂਟ ਹੈਵ ਦ ਈਗਰਨੈਸ, ਯੂ ਡੋਂਟ ਹੈਵ ਦ ਥਰਸਟ ਫॉर द worldly materials anymore. That means you die from the world. That means whatever the life people are chasing for, you're not chasing for that anymore. ਦੂਜੀ ਗੱਲ, ਮਰਨਾ ਕਿਵੇਂ ਹੈ, ਕਹਿੰਦੇ a Sikh has no capability। ਹੁਣ ਜੇ ਬੰਦਾ ਮਰ ਹੀ ਜਾਂਦਾ ਹੈ, ਉਹ ਸੋਚਦਾ ਮੇਰੇ 'ਚ ਕੈਪੇਬਿਲਿਟੀ ਹੈ ਨਹੀਂ, ਮੈਂ ਕੁਝ ਨਹੀਂ ਕਰ ਸਕਦਾ, ਮੇਰਾ ਗੁਰੂ ਕਰ ਸਕਦਾ। ਗੋਡ ਪਰਮਾਤਮਾ ਸਭ ਕੁਝ ਕਰਦਾ ਹੈ, ਮੈਂ ਕੁਝ ਨਹੀਂ ਕਰ ਸਕਦਾ, ਨਾ ਮੇਰੇ ਵਿੱਚ ਕੋਈ ਐਸਾ ਹੀ ਹੈ ਕੋਈ ਗੁਣ। ਬਟ ਦ ਓਨਲੀ ਥਿੰਗ ਆਈ ਕੈਨ ਡੂ ਇਜ਼ ਆਈ ਕੈਨ ਗੋ ਇਨਟੂ ਦ ਗ੍ਰੇਵ ਆਫ ਦ ਗੁਰੂ। ਹੁਣ ਗੁਰੂ ਇੱਕ ਗ੍ਰੇਵ ਹੈ, ਕਹਿੰਦਾ ਮੈਂ ਉਹਦੇ ਵਿੱਚ ਜਾ ਕੇ ਪੈ ਸਕਦਾ ਹੈ। ਹੁਣ ਦੇਖੋ ਮਰੀ ਹੋਈ ਬੋਡੀ ਦਾ ਕੀ ਕਰਦੀ ਹੈ ਗ੍ਰੇਵ। ਸੀ ਗ੍ਰੇਵ ਡੈਡ ਬੋਡੀ ਨੂੰ ਕੋਈ ਨਹੀਂ ਲੰਦਾ, ਐਵਰੀਬੋਡੀ ਰਿਜੈਕਟਸ ਦ ਬੋਡੀ, ਕੋਈ ਨਹੀਂ ਰੱਖਦਾ ਘਰੇ, ਕੋਈ ਸੰਸਕਾਰ ਕਰਦਾ ਹੈ, ਕੋਈ ਦਬਦਾ ਹੈ। ਪਰ ਕਹਿੰਦੇ ਜਦੋਂ ਕੋਈ ਦਬਦਾ ਹੈ ਨਾ, ਉਹ ਮਿੱਟੀ ਕੀ ਕਰਦੀ ਹੈ, ਆਫਟਰ ਸਮ ਟਾਈਮਸ ਉਹ ਬੋਡੀ ਨੂੰ ਖਾ ਕੇ ਆਪਣੇ ਵਰਗੀ ਮਿੱਟੀ ਬਣਾ ਲੈਂਦੀ ਹੈ। ਸੋ ਦ ਕੌਪਸ ਬਿਕਮਸ ਪਾਰਟ ਆਫ ਦ ਸੋਇਲ, ਉਹ ਸੋਇਲ ਹੀ ਬਣ ਜਾਂਦਾ ਹੈ, ਉਹ ਮਿੱਟੀ ਆਪਦੇ ਆਪ 'ਚ ਮਿਲਾ ਲੈਂਦੀ ਹੈ ਨੈਚੁਰਲ ਪ੍ਰੋਸੈਸ ਦੇ ਵਿੱਚ। ਕਹਿੰਦੇ ਜੇ ਸਿੱਖ ਵੀ ਗੁਰੂ ਵਰਗੀ ਗ੍ਰੇਵ ਦੇ ਵਿੱਚ ਜਾ ਕੇ ਬਹਿ ਜਾਵੇ, ਗੁਰੂ ਵਿਲ ਕਨਵਰਟ ਹਿਮ ਟੂ ਹਿਮਸੈਲਫ। ਦੈਟਸ ਦ ਈਜ਼ੀਐਸਟ ਵੇ ਆਫ ਯੂਨਾਈਟਿੰਗ ਯੋਰਸੈਲਫ ਟੂ ਗੋਡ। ਤੁਸੀਂ ਕੁਛ ਵੀ ਨਹੀਂ ਕੀਤਾ, ਮੁਰਦਾ ਹੋ ਕੇ ਤੁਸੀਂ ਬਸ ਗ੍ਰੇਵ ਵਿੱਚ ਪੈ ਗਏ ਆ। ਗ੍ਰੇਵ ਨੇ ਤੁਹਾਨੂੰ ਆਪਣਾ ਰੂਪ ਦੇ ਦੇਣਾ ਹੈ, ਉਹ ਮਿੱਟੀ ਨੇ ਤੁਹਾਨੂੰ ਆਪਣਾ ਰੂਪ ਦੇ ਦੇਣਾ ਹੈ। See, how nice concept is this, you know? You do nothing. So ਇੱਥੇ doing nothing is doing everything ਹੈ। Okay, now let's see. ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਐ, ਕਹਿੰਦੇ ਜੋ ਗੁਰਬਾਣੀ ਦਾ ਸ਼ਬਦ ਹੈ, ਮਹਾਰਾਜ ਕਹਿੰਦੇ ਜੋ ਗੁਰ ਦੱਸੇ ਵਾਟ, ਜੋ ਰਸਤਾ ਗੁਰੂ ਦੱਸਦਾ ਹੈ ਤੂੰ ਇਹ ਰਸਤੇ ਤੇ ਚੱਲਣਾ ਹੈ, ਤਾਂ ਕਹਿੰਦੇ ਮੁਰੀਦਾ ਜੋਲੀਐ, ਕਹਿੰਦੇ ਉਹੀ ਰਸਤਾ ਜਿਹੜਾ ਗੁਰੂ ਨੇ ਦੱਸਿਆ ਹੋਇਆ ਸਿੱਖ ਚੱਲਦਾ ਹੈ। ਸਿੱਖ ਡਜ਼ਨਟ ਆਸਕ ਫॉर ਜਿਹੜਾ ਹਨ ਐਕਸਪਲੇਨੇਸ਼ਨ, ਕਲੈਰੀਫਿਕੇਸ਼ਨ, ਵੀ ਮੈਂ ਇਹ ਰਸਤੇ ਤੇ ਕਿਉਂ ਤੁਰਾਂ, ਮੈਂ ਤੁਰਿਆ ਮੈਨੂੰ ਕੀ ਮਿਲੇਗਾ। ਨੋ,
गुरु ने पॉइंट करता ये रास्ते ते तू जाना दैट्स इट व्हाई डू यू हैव टू डू दैट बिकॉज यू मस्ट नो गुरु नोज बेटर देन you only know where you are now but guru knows who were you before this ਤੁਸੀਂ ਇਹ ਤੋਂ ਪਹਿਲਾਂ ਕੀ ਸੀਗੇ ਤੁਸੀਂ ਹੁਣ ਕੀ ਜਾਂ ਅੱਗੇ ਨੂੰ ਤੁਹਾਡਾ ਕੀ ਹੋਣਾ ਹੈ the guru knows you don't know ਆਪਣਾ ਨੌਲੇਜ ਜਿਹੜਾ ਹੈ ਲਿਮਿਟਡ ਹੈ ਅੱਜ ਦਾ ਵੀ ਜਿਹੜਾ ਨੌਲੇਜ ਆਪਣੇ ਕੋਲ ਅੱਜ ਵੀ ਹੈ ਇਟਸ ਆਲਸੋ ਕਰਪਟਡ ਵਿਦ ਯੋਰ ਇਮੋਸ਼ਨਸ ਇਟ ਇਜ਼ ਆਲਸੋ ਕਰਪਟਡ ਵਿਦ ਯੋਰ ਮਾਈਂਡ ਥਾਟਸ ਜਿਹੜੇ ਹਨ ਯੋਰ ਸਰਾਊਂਡਿੰਗ ਵੀ ਆਰ ਕਰਪਟਡ ਇਨ ਮੈਨੀ ਵੇਜ਼ ਸੋ ਇਹਦੇ ਕਰਕੇ ਕੀ ਹੁੰਦਾ ਹੈ ਜਿਹੜਾ ਗੁਰੂ ਦਾ ਦੱਸਿਆ ਰਸਤਾ ਹੀ ਠੀਕ ਹੁੰਦਾ ਹੈ ਬਿਕੋਜ਼ ਗੁਰੂ ਨੂੰ ਤੁਹਾਤੋਂ ਜ਼ਿਆਦਾ ਤੁਹਾਡੇ ਬਾਰੇ ਉਹਨੂੰ ਜ਼ਿਆਦਾ ਪਤਾ ਹੀ ਨੋਜ਼ ਬੈਟਰ ਦੈਨ ਯੂ ਨੋ ਯੋਰਸੈਲਫ ਓਕੇ ਹੁਣ ਅੱਗੇ ਦੇਖੀਏ ਸਿੱਖੀ ਤੇ ਡੈਥ ਮੌਤ ਤੇ ਸਿੱਖੀ ਦਾ ਸੰਬੰਧ ਕੀ ਹੈ ਦੇਖੋ ਸਿੱਖੀ ਸ਼ੁਰੂ ਹੁੰਦੀ ਆ ਮਰਨੇ ਤੋਂ ਮਰਨ ਦੇ ਨਾਲ the day you are ready to die that is the day you become a Sikh if you want to stay alive you cannot be a Sikh ਸਿੱਖ ਦਾ ਪਹਿਲਾ ਜਿਹੜਾ ਹਨ ਇਹੀ ਜਿਹੜਾ ਮਹਾਰਾਜ ਦਾ ਗੁਣ ਹੈ ਮਹਾਰਾਜ ਨੇ ਇਹੀ ਦੱਸਿਆ ਹੈ ਵੀ ਸਿੱਖੀ ਦਾ ਪਹਿਲਾ ਰੂਲ ਕੀ ਹੈ ਤੈਨੂੰ ਮਰਨਾ ਪਵੇਗਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸੁਪਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਪਹਿਲਾ ਮਰਨ ਕਬੂਲ ਮਹਾਰਾਜ ਕਹਿੰਦੇ ਵੀ ਪਹਿਲਾਂ ਤੈਨੂੰ ਮਰਨਾ ਕਬੂਲ ਕਰਨਾ ਪਵੇਗਾ ਯੂ ਹੈਵ ਟੂ ਐਕਸੈਪਟ ਯੋਰ ਡੈਥ ਐਂਡ ਦੈਨ ਯੂ ਕਮ ਟੂ ਮੀ ਇਸ ਕਰਕੇ ਬਾਣੀ ਵਿੱਚ ਰਿਹਾ ਹੈ ਮਰਨ ਲਿਖਾਏ ਮੰਡਲ ਮੈਂ ਆਏ ਕਹਿੰਦੇ ਤੂੰ ਮਰਨਾ ਪਹਿਲਾਂ ਲਿਖਾਇਆ ਹੈ ਬਿਫੋਰ ਯੂ ਵਰ ਗਿਵਨ ਦ ਬਰਥ ਇਨ ਦਿਸ ਵਰਲਡ ਯੋਰ ਡੈਥ ਵਾਸ ਡਿਟਰਮਿਨਡ ਫੇਰ ਤੁਹਾਡੀ ਲਾਈਫ ਉੱਥੋਂ ਬਣੀ ਆ ਇਟਸ ਗੋਇੰਗ ਬੈਕਵਰਡਸ ਤੁਸੀਂ ਬੈਕਵਰਡਸ ਤੋਂ ਸ਼ੁਰੂ ਹੋਏ ਹੋ ਸਾਹਮਣੇ ਤੋਂ ਨਹੀਂ ਸੋ ਇਸ ਕਰਕੇ ਦੇਖੋ ਆਵਰ ਲਾਈਫ we think that we are walking towards our death so death is further we are here no actually in guru's point of view is your life started from that death ਪਹਿਲਾ ਮਰਨ ਕਬੂਲ ਹੈ ਤੁਹਾਨੂੰ ਉਹ ਕਬੂਲ ਕਰਨਾ ਪਵੇਗਾ ਕਿਉਂ ਮਰਨ ਲਿਖਾਏ ਮੰਡਲ में ਆਏ your death was determined before your life was given to you ਤੁਸੀਂ ਉਧਰੋਂ ਇੱਧਰ ਨੂੰ ਆਉਣਾ ਇੱਧਰ ਉਧਰ ਨੂੰ ਨਹੀਂ ਜਾ ਰਹੇ ਤੁਸੀਂ ਸੋ in that way ਪਹਿਲੀ ਗੱਲ ਹੈ ਕਹਿੰਦੇ ਸਿੱਖ ਨੂੰ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਨਾ ਪੈਣਾ ਹੈ ਸ਼ਬਦ ਸਪਰਸ਼ ਰਸ ਰੂਪ ਤੇ ਗੰਧ all your senses and all the desires ਉਹਨੂੰ ਮਾਰਨਾ ਪਵੇਗਾ that's why we call murda now murda person is just lying he's not doing anything he's not capable of doing anything just imagine a dead body in front of you what can the dead body do this is how a Sikh has to be ਫਿਰ ਕਹਿੰਦੇ ਦੂਜੀ ਗੱਲ ਹੈ ਸਿੱਖ ਨੂੰ ਆਪਣੇ ਜਿੰਨਾ ਵੀ ਆਪਣਾ ਕੰਫਰਟ ਹੈ ਜਿੰਨਾ ਵੀ ਇੰਟਰਸਟ ਇਹ ਦੁਨੀਆ ਦਾ ਹੈ ਉਹ ਛੱਡ ਦਿੰਦਾ ਬਿਕੋਜ਼ ਰਿਐਲਿਟੀ ਇਜ਼ ਨਾਟ ਫੋਰਐਵਰ see now you may be sleeping on a trundle pillow you might be sleeping on a big bed thousands of dollars maybe $100,000 ਦਾ ਤੁਸੀਂ ਇੱਕ ਬੈੱਡ ਲੈ ਕੇ ਪਏ ਹੋ ਪਰ ਜਦੋਂ ਤੁਸੀਂ ਮਰਨਾ ਹੈ ਨਾ where do you sleep in a coffin your body is on the lakda that is where the life is going to end that is where your body is going to be burned you can sleep on anything you want now but then accepting the fate is very important so ਪਹਿਲੀ ਗੱਲ ਉਹ accept ਕਰਨਾ ਹੈ ਦੇਖੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੋ ਤੋ ਪ੍ਰੇਮ ਖੇਲਨ ਕਾ ਚਾਹੋ ਸਿਰ ਤਲ ਤਲੀ ਗਲੀ ਮੇਰੀ ਆਓ ਮੇਰੀ ਗਲੀ ਵਿੱਚ ਤੂੰ ਆ ਜਾ ਸਿਰ ਨੂੰ ਆਪਣੇ ਇੱਥੇ ਨਾ ਰੱਖ ਨੈਕ ਤੇ ਕੀਪ ਔਨ ਯੋਰ ਹੈਂਡ ਸਿਰ ਇੱਥੇ ਰੱਖ ਕੇ ਤੂੰ ਮੇਰੇ ਕੋਲ ਫੇਰ ਆਈ ਜੋ ਤੋ ਪ੍ਰੇਮ ਖੇਲਨ ਕਾ ਚਾਹੋ ਜੇ ਤੈਨੂੰ ਪ੍ਰੇਮ ਖੇਡਣ ਦਾ ਚਾਹ ਹੈ if you want to play love in your life if you are true lover your head not supposed to be here it's supposed to be on your hand ਇੱਥੇ ਰੱਖ ਕੇ ਲਿਆ ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਨ ਨਾ ਕੀਜੈ ਕਹਿੰਦੇ ਜਦੋਂ ਫਿਰ ਜਦ ਸਮਾਂ ਆਵੇ ਕਹਿੰਦੇ ਇੱਕ ਵਾਰੀ ਤੂੰ ਸਿੱਖ ਬਣ ਗਿਆ ਪਿੱਛੇ ਨੂੰ ਪੈਰ ਨਾ ਕਰ ਕਿਉਂ ਸਿਰ ਦੀਜੈ give your head don't show your back ਫਿਰ ਤੂੰ ਆਪਣਾ ਪਿੱਛਾ ਨਾ ਹੁਣ the same thing that Guru Maharaj before he gives out his Charnamrit to any Sikh and Charnamrit during Guru Nanak Dev Ji's time until Guru Tegh Bahadur Sahib ਦੇ ਸਮੇਂ ਤੱਕ ਕੋਈ ਸੌਖਾ ਚਰਨਾਮ੍ਰਿਤ ਨਹੀਂ ਮਿਲਦਾ ਸੀਗਾ ਗੁਰੂ ਮਹਾਰਾਜ ਬੜੀ ਪ੍ਰੀਖਿਆ ਕਰਦਾ ਸੀ ਤੁਸੀਂ ਸੁਣੀ ਹੋਈ ਹੈ ਕਹਾਣੀ ਨਾ ਕਿੰਨੇ ਸਿੱਖਾਂ ਦੀ ਕਿੱਡੀਆਂ ਵੱਡੀਆਂ ਟੈਸਟ ਲੈ ਕੇ ਮਹਾਰਾਜ ਫੇਰ ਉਹਨਾਂ ਨੂੰ ਆਪਣਾ ਚਰਨਾਮ੍ਰਿਤ ਦਿੰਦੇ ਸੀਗੇ ਜਿਹੜਾ ਸਿੱਖ ਮੁਰਦਾ ਹੋ ਜਾਂਦਾ ਸੀ ਚਰਨਾਮ੍ਰਿਤ ਉਹਨੂੰ ਦਿੰਦੇ ਸੀਗੇ then Guru Gobind Singh Ji started with ਖੰਡੇ ਬਾਟੇ ਦਾ ਅੰਮ੍ਰਿਤ what he did what he asked for before giving ਅੰਮ੍ਰਿਤ head ਸਰ ਮੰਗਿਆ ਅੰਮ੍ਰਿਤ ਵੀ ਉਹਨਾਂ ਨੂੰ ਦਿੱਤਾ ਜਿਨ੍ਹਾਂ ਨੇ ਸਿਰ ਦਿੱਤਾ So here we can conclude one thing Sikh banna marna pavega if you cannot accept your physical death you can never accept
you can never ਜਿਹੜਾ ਹਨ you can never ever put up to yourself to give up all your vices। ਤੁਹਾਨੂੰ ਕਿਤੇ ਆਪਣੇ ਇਹ ਛੱਡਣਾ ਬਹੁਤ ਔਖਾ ਹੋ ਜਾਣਾ। ਜੇ ਫਿਜ਼ੀਕਲ ਡੈਥ ਨੂੰ ਨਹੀਂ ਮੰਨਦੇ ਨਾ, ਤੁਹਾਡੇ ਡਿਜ਼ਾਇਰਸ ਕਿਵੇਂ ਮਰ ਜਾਣਗੇ? ਬਿਕੋਜ਼ ਆਫਟਰ ਯੋਰ ਡੈਥ ਯੋਰ ਡਿਜ਼ਾਇਰਸ ਆਰ ਸਟਿਲ ਅਲਾਈਵ, ਉਹ ਤਾਂ ਹੋਰ ਔਖੀ ਗੱਲ ਆ। ਸਰੀਰ ਨੂੰ ਮਾਰਨਾ ਹਜੇ ਸੌਖਾ ਹੈ, ਬੰਦੇ ਜ਼ਹਿਰ ਪੀ ਕੇ ਮਰ ਜਾਂਦੇ, ਕੌਮੀ ਸੁਸਾਈਡ ਕਰਕੇ ਮਰ ਜਾਂਦੇ ਆ, ਬਹੁਤ ਕੁਝ ਕਰ ਲੈਂਦੇ ਆ, ਪਰ ਡਿਜ਼ਾਇਰਸ ਕੈਨ ਨੈਵਰ ਡਾਈ ਆ। that takes you to many other lives after this life। that's why ਆਪਾਂ ਕਹਿੰਦੇ ਆ ਸੁਸਾਈਡ ਕਰਨਾ ਇੱਕ ਜੁਰਮ ਹੈ, ਇੱਕ ਪਾਪ ਹੈ। ਕਿਉਂ? ਤੂੰ ਬੋਡੀ ਨੂੰ ਮਾਰਿਆ ਹੈ, ਤੂੰ ਆਪਣੇ ਡਿਜ਼ਾਇਰਸ ਨੂੰ ਨਹੀਂ ਮਾਰਿਆ। desires will take you in many other lives। the thing is going to go on and on and on and you cannot do anything about it। ਸੋ ਇਹ ਮੁਰੀਦ ਜਿਹੜਾ ਮੁਰੀਦ ਹੈ ਉਹਨੂੰ ਮੁਰਦਾ ਹੋਣਾ ਪਵੇਗਾ। ਨਾਓ ਨੈਕਸਟ ਪੁਆਇੰਟ, ਸਿੱਖੀ ਕਿੰਨੇ ਤਰ੍ਹਾਂ ਦੀ ਹੈ? 5 ਤਰ੍ਹਾਂ ਦੀ ਸਿੱਖੀ ਹੈ। ਪਹਿਲੀ ਸਿੱਖੀ ਹੈ ਧੰਦੇ ਦੀ ਸਿੱਖੀ, ਜਿਹਨੂੰ ਬਿਜ਼ਨਸ ਦੀ ਸਿੱਖੀ ਕਹਿੰਦੇ ਆ। ਬਿਜ਼ਨਸ, why am I taking amrit, why am I having the turban? Oh, because I want to become a member of certain society, political party, I need turban, that is their constitution requirement। ਉਹਨੇ ਪੱਗ ਰੱਖ ਲਈ, ਉਹਨੇ ਚੋਲਾ ਪਾ ਲਿਆ, ਲੋਕੀ ਕਹਿੰਦੇ ਕਿਰਪਾਨ ਪਾ ਲਾ, ਕਿਰਪਾਨ ਵੀ ਪਾ ਲਈ, ਇਸ ਓਕੇ, ਉਹ ਧੰਦੇ ਦੀ ਸਿੱਖੀ ਹੈ। ਜਾਂ ਜਿਹੜਾ ਹਨ ਕਿਸੇ ਲੜਕੀ ਨਾਲ ਵਿਆਹ ਕਰਨਾ ਹੋਵੇ, ਲੜਕੀ ਕਹਿੰਦੀ ਭਾਈ ਮੈਨੂੰ ਤਾਂ ਅੰਮ੍ਰਿਤਧਾਰੀ ਚਾਹੀਦਾ, ਉਹਨੇ ਜਾ ਕੇ ਅੰਮ੍ਰਿਤ ਛਕ ਲੈਣਾ। ਜਾਂ ਕੁੜੀ ਜਿਹੜਾ ਹਨ ਜੇ ਕੁੜੀ ਨੂੰ ਕੋਈ ਮੁੰਡਾ ਪਸੰਦ ਆ ਗਿਆ ਅੰਮ੍ਰਿਤਧਾਰੀ, ਉਹ ਕਹੇ ਮੈਂ ਭਾਈ ਤੈਨੂੰ ਅੰਮ੍ਰਿਤ ਛਕਣਾ, ਉਹਨੇ ਛਕ ਲੈਣਾ। ਕੀ ਵੱਡੀ ਗੱਲ ਹੈ? ਬਟ ਨਾਟ ਸਿੱਖੀ, ਰਾਈਟ? ਦੈਟਸ ਧੰਦੇ ਦੀ ਸਿੱਖੀ। ਯੂ ਆਰ ਟੇਕਿੰਗ ਇਟ ਫॉर ਅ ਰੀਜ਼ਨ, ਫॉर ਟੂ ਫੁਲਫਿਲ ਅ ਡਿਜ਼ਾਇਰ, ਉਹਨੂੰ ਕਹਿੰਦੇ ਧੰਦੇ ਦੀ ਸਿੱਖੀ। ਦੂਜੀ ਸਿੱਖੀ ਕੀ ਆ? ਦੇਖਾ ਦੇਖੀ, ਉਹ ਟੂ ਬੀ ਇਨਕਲੂਡਡ, ਸਾਰੇ ਬੰਦੇ ਇੱਥੇ ਅੰਮ੍ਰਿਤਧਾਰੀ ਆ, ਮੈਂ ਵੀ ਅੰਮ੍ਰਿਤਧਾਰੀ ਜੇਕਰ ਆਈ ਕੈਨ ਜੁਆਇਨ ਦ ਗਰੁੱਪ ਨਾ। ਇਹਨੂੰ ਕਹਿੰਦੇ ਆ ਦੇਖਾ ਦੇਖੀ ਦੀ ਸਿੱਖੀ। ਬਹੁਤ ਜਾਣੇ ਅੰਮ੍ਰਿਤ ਛਕ ਲਿਆ, ਮੈਨੂੰ ਵੀ ਚਾਹ ਚੜਿਆ, ਮੈਂ ਵੀ ਛਕ ਲਿਆ। ਆਫਟਰ ਦੈਟ 2 days ਕਿਰਪਾਨ ਉੱਥੇ ਪਈ, ਮੈਂ ਇੱਥੇ ਪਿਆ। ਦੈਨ ਤੀਜੇ ਦਿਨ ਕਸ਼ਹਿਰਾ ਕਿੱਥੇ ਆ? ਲੜੋ ਵੈ, ਹਾਂ, ਫਿਰ ਸਭ ਕੁਝ ਉੜ ਜਾਂਦਾ ਹੈ। ਓਕੇ, ਦੈਨ ਹਿਰਸ਼ ਦੀ ਸਿੱਖੀ। ਹਿਰਸ਼ ਮੀਨਸ ਗ੍ਰੀਡੀ ਬਣਾ। ਹੁਣ ਦੇਖੋ ਜੇ ਆਪਾਂ ਕਹਿ ਦਈਏ whoever takes ਅੰਮ੍ਰਿਤ he gets 1000 a month, wow, ਸਾਰਿਆਂ ਨੇ ਅੰਮ੍ਰਿਤ ਛਕ ਲੈਣਾ। I think in a day we'll get many ਅੰਮ੍ਰਿਤ lucky, we don't have to call them, they will be running and putting their names on। we promise them, we pay you 1000 ringgit a month, ਉਹ ਸਾਰਿਆਂ ਨੇ ਦਾਖਲ ਕਹਿੰਦੇ ਗ੍ਰੀਡ। ਦੂਜਾ ਪਾਵਰ, ਜਿਹੜਾ ਹਨ ਮੈਂ ਸਰਟਨ ਪਾਰਟੀ ਦਾ ਬੰਦਾ, ਮੈਂ ਪ੍ਰੈਸੀਡੈਂਟ ਬਣਨਾ ਹੈ, ਉਹ ਮੈਨੂੰ ਪੱਗ ਰੱਖਣੀ ਪੈਣੀ ਹੈ, ਮੈਨੂੰ ਦਾੜੀ ਰੱਖਣਾ, ਉਹ ਓਕੇ ਲਾ, ਨੋ ਬਿਗ ਡੀਲ। ਵਨ ਜਿਵੇਂ ਐਕਟਰ ਰੱਖਦੇ ਆ, ਐਕਟਰ ਵੀ ਬਣਦੇ ਆ ਨਾ, ਪੱਗਾਂ ਦਾੜੀਆਂ ਵੀ ਰੱਖਦੇ ਆ, ਬਾਅਦ 'ਚ ਕਿੱਥੇ ਜਾਂਦਾ ਸਭ ਕੁਝ? ਗੌਨ। ਹਾਂ, ਦੈਟ ਇਜ਼ ਵਾਟ ਵੀ ਕਾਲ ਹਿਰਸ਼ ਦੀ ਸਿੱਖੀ। ਨਾਓ ਦ ਫੋਰਥ ਵਨ ਇਜ਼ ਸਿਦਕ ਦੀ ਸਿੱਖੀ। ਸਿਦਕ ਦੀ ਸਿੱਖੀ ਕੀ ਹੈ? ਜਦੋਂ ਗੁਰੂ ਮਹਾਰਾਜ ਤੇ ਤੁਹਾਨੂੰ ਭਰੋਸਾ ਆ ਗਿਆ, ਜੋ ਤੁਸੀਂ ਭਰੋਸਾ ਕਰ ਲਿਆ ਗੁਰੂ ਤੇ ਵੀ ਗੁਰੂ ਦਾ ਬਚਨ ਸੱਚਾ ਹੈ, ਗੁਰੂ ਜੋ ਦੱਸਦਾ ਉਹ ਅਲਟੀਮੇਟ ਟਰੂਥ ਹੈ, ਜੇ ਮੈਂ ਉਹਨੂੰ ਫੋਲੋ ਕਰਨਾ ਹੈ, ਜੋ ਗੁਰੂ ਕਹਿੰਦਾ ਮੈਂ ਕਰਨਾ ਹੈ, ਉਹ ਸਿਦਕ ਦੀ ਸਿੱਖੀ ਹੈ। ਮਤਲਬ ਪਿਆਰ ਨਾਲ ਤੁਸੀਂ ਗੁਰੂ ਨੂੰ ਅਪਣਾਇਆ, ਜੋ ਗੁਰੂ ਨੇ ਕਿਹਾ ਤੁਸੀਂ ਮੰਨਿਆ, ਉਹ ਸਿਦਕ ਦੀ ਸਿੱਖੀ ਹੈ। those people will die for ਸਿੱਖੀ। if they are given a choice, ਤੁਸੀਂ ਮੁਸਲਮਾਨ ਬਣ ਜਾਓ, ਤੁਸੀਂ ਸਿੱਖ ਬਣ ਜਾਓ। now give me numbers। ਅੱਜ ਤੱਕ ਜਿੰਨੀਆਂ ਵੀ ਹੋਈਆਂ ਨਕਾਸ ਚੌਕ ਹੋਇਆ, ਕਿਤੇ ਹੋਇਆ, ਕਿੰਨੇ ਮੈਸਕਰ ਹੋਇਆ ਸਿੱਖਾਂ ਦੇ, ਕੋਈ ਸਿੱਖ ਮੁਸਲਮਾਨ ਬਣਿਆ? ਕਿਉਂਕਿ ਉਹ ਸਿਦਕ ਦੀ ਸਿੱਖੀ ਸੀ। they die but they never change their faith, they never compromise their faith, they die for it happily। ਉਹ ਸਿਦਕ ਹੈ। ਹੁਣ ਅਗਲੀ ਸਿੱਖੀ ਹੈ ਭਾਵ ਦੀ ਸਿੱਖੀ। ਜਿਹੜਾ ਭਾਵ ਹੋਣਾ, ਪਿਆਰ ਹੋਣਾ। ਪਿਆਰ ਦੀ ਸਿੱਖੀ ਕੀ ਹੈ? ਜਿਹੜਾ ਕਿ ਗੁਰੂ ਸਾਹਿਬ ਦੇ ਉੱਤੇ ਬਿਲਕੁਲ ਨਿਸ਼ਾਵਰ ਹੋ ਜਾਣਾ। ਕਿਸ ਤਰ੍ਹਾਂ ਦੀ? ਜਿਵੇਂ ਭਾਈ ਲਹਿਣੇ ਨੇ ਗੁਰੂ ਨਾਨਕ ਨਾਲ ਕੀਤਾ, ਉਹ ਭਾਵ ਦੀ ਸਿੱਖੀ ਹੈ। ਜੋ ਗੁਰੂ ਨੇ ਕਹਿਤਾ ਉਹੀ ਕਰਨਾ, ਕੋਈ ਸਵਾਲ ਕੋਈ ਜਵਾਬ ਨਹੀਂ, ਦੈਟਸ ਨਥਿੰਗ। ਉਹਨਾਂ ਨੂੰ ਬਸ ਗੁਰੂ ਨਾਲ ਪਿਆਰ ਹੈ। ਭਾਵੇਂ ਉਹ ਤਸ ਕਿੰਨਾ ਵੀ ਔਖਾ ਹੈ, ਉਹਨਾਂ ਨੇ ਕਿਤੇ ਔਖਾਈ ਨਹੀਂ ਦੇਖੀ, ਉਹਨੇ ਗੁਰੂ ਦਾ ਬਚਨ ਦੇਖਿਆ। See, the thing is, when you are told to do something, now how do you gauge that ਬਚਨ? ਤੁਸੀਂ ਉਹ ਬਚਨ ਨੂੰ ਕਿਵੇਂ ਵੇ ਕਰਦੇ ਹੋ? ਕਹਿਣ ਵਾਲੇ ਤੇ ਭਰੋਸਾ ਕਰਕੇ ਕਰਦੇ ਹੋ, ਜਾਂ ਤੁਸੀਂ ਆਪਣੀ ਕੈਪੇਬਿਲਿਟੀ ਦੇਖ ਕੇ ਫਿਰ ਕਰਦੇ ਹੋ? ਦੇਖੋ, ਇਹ ਦੋ ਚੀਜ਼ਾਂ ਆ ਗਈਆਂ। ਜੇ ਤੁਸੀਂ ਆਪਣੀ ਕੈਪੇਬਿਲਿਟੀ ਨੂੰ ਦੇਖ ਕੇ ਕਰੋਗੇ, you can go nowhere, because you will be yourself until the end, because ਤੁਸੀਂ ਆਪਣੀ ਕੈਪੇਬਿਲਿਟੀ ਦੇਖੀ ਹੈ। the same ਸਾਖੀ as what we have discussed earlier, ਭਾਈ ਜਿਨ੍ਹਾਂ ਨੇ ਹਾਥੀ ਮਾਰਿਆ ਸੀ, ਭਾਈ ਬਚਿੱਤਰ ਸਿੰਘ, ਜੇ ਉਹ ਦੇਖਦਾ ਆਪਣੀ ਕੈਪੇਬਿਲਿਟੀ ਨੂੰ, ਉਹਨੇ ਤਾਂ ਨਹੀਂ ਜਾਣਾ ਸੀ ਹਾਥੀ ਨੂੰ ਮਾਰਨ ਵਾਸਤੇ, ਪਰ ਉਹਨੇ ਗੁਰੂ ਦੇ ਬਚਨ ਨੂੰ ਜ਼ਿਆਦਾ ਵੱਡਾ ਮੰਨਿਆ ਆਪਣੀ ਕੈਪੇਬਿਲਿਟੀ ਨਾਲੋਂ। See, this is something that always we do wrong in our life। ਆਪਾਂ ਭਰੋਸਾ ਹਮੇਸ਼ਾ ਆਪਣੇ ਤੇ ਜ਼ਿਆਦਾ ਕਰਦੇ ਹਾਂ ਗੁਰੂ ਨਾਲ। ਗੁਰੂ ਨੇ ਜੇ ਬਚਨ ਕਰਤਾ ਨਾ, ਜਿਵੇਂ ਹੁਕਮਨਾਮਾ ਆ ਗਿਆ, that's it, ਗੁਰੂ ਨੇ ਕਹਿਤਾ।
मैं अपने आप से नहीं देखना मैं कर सकता ਜਾਂ नहीं कर सकता, डजन नॉट मैटर एनीमोर। जिवें हुण दरख्त ते चढ़ के भाई लैने नूं कहा सी हला इहदे चों मठियाई आऊगी, बाबा श्री चंद बाबा लक्ष्मी दास ने अपनी कैपेबिलिटी वाल देखिया, ये मैं हिलाऊंगा आऊगी कि नहीं मठियाई। भाई लैने ने की देखिया, गुरु दा वचन। गुरु ने कहता ना मेरा काम हिलाउणा है, मठियाई कढनी नहीं कढनी गुरु दा काम है। दैट्स हाउ द मिरेकल्स दैट यू विल सी इन योर लाइफ। लोकी कहते हैं ना मिरेकल्स नहीं होंदे, तुसीं देखदे ही नहीं। तुसीं अपना भरोसा अपनी बॉडी तो छड्डो ना, मिरेकल फिर देखोगे ना। जे तुसीं भरोसा अपनी बॉडी ते रखिया, तुसीं अपनी बॉडी ते सब कुछ रखिया, फिर थोड़ा की बनना है, देन यू आर जस्ट अ बॉडी, दैट्स इट। फिर देखो मोए मुरीद गोर गुर पीरा, कहते गुरु पीरा कहते गुरु जड़ा पीर है, गुरु महाराज जी नानक। मोए मुरीद, मुरीद द डिसाइपल हैव टू बी डेड, गुरु इज हिज ग्रेव where he will rest forever। वो forever उत्थे रेस्ट करेगा। देखो भाई गुरदास जी ने ये गल तो हुण आपां अगले ते आईए। हुण मुर्दा क्यों होना, वाई फ्रॉम एवरीथिंग एल्स। एक गल आपां मुर्दे ते आ गए भी सिख नूं मुर्दा होना चाहिए। पहली गल आ अपनी सियाणप छड्ड, अपनियां सियाणपां छड्ड दे, अपनियां चतराइयां इंटलैक्चुअल इंटैलीजेंस ये सब कुछ पिछे छड्ड दे, क्योंकि एक मरिया होया बंदा वो कोई इंटैलीजेंस नहीं वरत सकता, बिकॉज ही डजंट हैव हिज बॉडी एनीमोर। वो कुछ नहीं कर सकता, ना किसी का कुछ सवार सकता है, ना कुछ किसी का बिगाड़ सकता है। वो मर गया, ਉਹਦੀ बॉडी गई, ਉਹਦੀ मिशनरी गई, सब कुछ गया उसका। सो इस करके जिहड़ा सिख है वो अपनी इंटलैक्ट पहला ही गुरु तो छड्ड दिंदा है, मर के तो छड्डनी हुई है ना। वो मुर्दा जिहड़ा हम कहते सिख मुर्दा क्यों, वो अपनी इंटैलीजेंस छड्ड के गुरु की मत नूं धारण करता, वो चतराइयां नहीं करता। वो ये नहीं कहता गुरु महाराज मैं अज मैं अमृत छकिया महाराज गिव मी दिस वन, गिव मी दैट वन। नो, नॉट फॉर दैट। मैं अपनी सियाणप छड्डनी है, बिकॉज यू आर मोर सियाणा देन मी, यू नो बेटर देन मी। वाई शुड आई टेक द ट्रबल, मैं अपने आप को क्यों वो पोजीशन च पावां जिथे मैं फेल होना है। सो दूजी गल है ईगोलस, अपनी हौमै नूं छड्डना, क्योंकि सिख जिहड़ा है ईगोलस स्टेट दे विच वो मुर्दा ही है ना। बिकॉज मैं कुछ नहीं, मैं कुछ भी नहीं हाँ, परमात्मा तू सब कुछ है, आई एम नथिंग। मेरे विच कैपेबिलिटी, मेरे च ताकत कुछ भी नहीं है, बिकॉज द डे आत्मा गोज आउट ऑफ माई बॉडी आई एम डेड एंड द आत्मा इज परमात्मा, राइट। सो मेरा की है, मेरा मुझ में किछ नहीं, जो किछ है सो तेरा, तेरा तुझको सौंपते क्या लाग गया मेरा। कबीर साहब ने कहा ना, कबीर मेरा मुझ में किछ नहीं, मेरा की है, कुछ हो ही नहीं सकता। There's nothing that belongs to me. If something that is given by you to me, you take it back, then what difference does it make to me? Nothing. कुछ नहीं हैगा। तीजी गल, मुर्दा हिलदा नहीं गा, मुर्दा cannot move by itself anymore। इसे करके जिहड़ा गुरु महाराज ना, महाराज गुरमत दिंदे ने, आपां उहदे विच मनमत नहीं कर सकते, बिकॉज वी कैनॉट मूव विदाउट द गुरु। सो डोंट डू मनमत, don't do something on your own that goes against your guru's advice। वो मनमत है, तुसी गुरमत नूं धारण कीता है, मुर्दा हिल नहीं सकदा, सिख भी हिलदा नहीं। जे उन्होंने कोई कहे ना तू गलत काम कर दे, तू ये कर दे, वो हिलदा ही नहीं, he doesn't respond। जैसे नो मेरे गुरु ने क्या मैं नहीं कर सकता, जो मर्जी तू करना कर ला, पर मैं नहीं करांगा। आई हैव टू होल्ड टू माई प्रिंसिपल। सी हाउ स्ट्रॉन्ग दैट डेडिकेशन कैन बी। मैं अपने गुरु की गल ते खड़ना। सो चौथी गल जिहड़ी प्यास है ना, डिजायर्स दी, अपने अंदर प्यास लगी हुई है, मैनूं ये भी मिल जाए, मैनूं वो भी मिल जाए, ये भी हो जाए। सिख दे विच ये नहीं हुंदी, क्यों? ਉਹਦੇ ਵਿੱਚ ਇੱਕੋ ਹੀ ਭੁੱਖਾ ਗੁਰੂ ਦੇ ਪਿਆਰ ਦੀ। ਉਹਦੀਆਂ ਅੱਖਾਂ ਸਿਰਫ ਗੁਰੂ ਨੂੰ ਦੇਖਣਾ ਚਾਹੁੰਦੀਆਂ ਨੇ, ਉਹਦੇ ਕੰਨ ਸਿਰਫ ਗੁਰੂ ਦੀ ਗੱਲ ਸੁਣਨਾ ਚਾਹੁੰਦੇ ਨੇ। ਉਹਦੇ ਵਿੱਚ ਇਹ ਤਰਸ ਹੈ ਨਹੀਂ ਵੀ ਮੈਨੂੰ ਇਹ ਵੀ ਮਿਲ ਜਾਵੇ, ਨਹੀਂ। ਜੇ ਗੁਰੂ ਨੂੰ ਭਾਵੇ ਗੁਰੂ ਦੇ ਦੇਗਾ, ਜੇ ਗੁਰੂ ਨੂੰ ਭਾਵੇ ਗੁਰੂ ਨੇ ਦੇ ਦੇਣਾ। Now, can you put up one thing in your mind? You trust your employer with your life. You do a job with him that he is going to pay you end of the month. ਆਪਾਂ trust ਕਰਦੇ ਆ ਨਾ। ਆਪਾਂ ਕਿੰਨੀਆਂ ਚੀਜ਼ਾਂ ਤੇ ਟਰਸਟ ਕਰਦੇ। ਤੁਸੀਂ ਆਪਣੀ ਗੱਡੀ ਚਲਾ ਰਹੇ ਹੋ, ਗੱਡੀ ਤੇ ਤੁਹਾਨੂੰ ਕਿੰਨਾ ਭਰੋਸਾ ਹੈ। Have you ever thought ਜੇ ਸਟੀਅਰਿੰਗ ਤੁਹਾਡੇ ਹੱਥ ਵਿੱਚ ਆ ਗਿਆ, the car goes here, why then what will happen? ਭਰੋਸਾ ਹੈ ਨਾ ਤੁਹਾਨੂੰ, ਤਾਂ ਹੀ ਤੁਸੀਂ ਗੱਡੀ ਚਲਾ ਕੇ ਤੁਸੀਂ 150 200 ਕਿਲੋਮੀਟਰ ਪਰ ਆਵਰ ਜਾਂਦੇ ਹੋ। ਤੁਹਾਨੂੰ ਭਰੋਸਾ ਹੈ ਗੱਡੀ ਦੇ ਉੱਤੇ, ਤੁਹਾਨੂੰ ਟਾਇਰਸ ਤੇ ਭਰੋਸਾ ਹੈ, ਤੁਹਾਨੂੰ ਰੋਡ ਤੇ ਭਰੋਸਾ ਹੈ। ਕਿਉਂ ਆਪਣੂ ਰੱਬ ਤੇ ਭਰੋਸਾ ਨਹੀਂ ਹੁੰਦਾ? ਵਾਈ?
Why we can't trust God then? We trust everything else around us. ਹੁਣ ਤੁਸੀਂ 2 ਜਣੇ ਬੈਠੇ ਹੋ, ਤੁਹਾਨੂੰ ਡਰ ਨਹੀਂ ਲੱਗਦਾ। ਇਕੱਲੇ ਬੰਦੇ ਨੂੰ ਬਿਠਾਓ ਜੰਗਲ ਦੇ ਵਿੱਚੋਂ, ਡਰੇਗਾ। ਭਰੋਸਾ ਕਿਹਦੇ ਤੇ? ਬੰਦੇ ਤੇ ਹੋਇਆ ਨਾ। Then why we don't trust God? You eat something, you know you're going to live. ਖਾਣੇ ਤੇ ਵੀ ਭਰੋਸਾ ਹੋ ਗਿਆ ਨਾ, ਪਰਮਾਤਮਾ ਤੇ ਕਿਉਂ ਨਹੀਂ ਹੈ? ਓਕੇ, ਨੈਕਸਟ ਕਹਿੰਦੇ ਗੁਰੂ ਹੀ ਠੀਕ ਹੈ, ਗੁਰੂ ਹੀ ਸੱਚਾ ਹੈ। ਜੋ ਗੁਰੂ ਕਹਿੰਦਾ ਉਹੀ ਠੀਕ ਹੈ। ਮਹਾਰਾਜ ਕਹਿੰਦੇ ਗੁਰ ਸਾਇਰ ਸਤਿਗੁਰੂ ਸੱਚ ਸੋਏ। ਕਹਿੰਦੇ ਕਿ ਜੋ ਗੁਰੂ ਕਹਿੰਦਾ ਹੈ ਨਾ ਉਹੀ ਠੀਕ ਹੈ, ਮੇਰਾ ਕੀਤਾ ਗਲਤ ਹੋ ਸਕਦਾ ਹੈ, ਕਿਉਂਕਿ ਗੁਰ ਸਾਇਰ, ਗੁਰ ਹੈ ਓਸ਼ਨ, ਗੁਰ ਹੈ ਸਾਗਰ। ਤੇ ਕਹਿੰਦਾ ਕਿ ਜਿਹੜਾ ਪੂਰਾ ਗੁਰੂ ਹੀ ਉਸ ਸਾਰੇ ਸਰੀਰ ਨੂੰ ਲੈ ਕੇ ਬੈਠਾ ਹੈ। ਗੁਰੂ ਦੇ ਅੰਦਰ ਇਹ ਸਾਰੀਆਂ ਬਰਕਤਾਂ ਨੇ। ਐਵਰੀਥਿੰਗ ਇਜ਼ ਵਿਦਿਨ ਦ ਗੁਰੂ। ਸੋ ਓਨਲੀ ਗੁਰੂ ਇਜ਼ ਰਾਈਟ। ਗੁਰੂ ਠੀਕ ਹੈ, ਮੈਂ ਗਲਤ ਹਾਂ। ਨਾਓ ਵੈਲਥ ਦੀ ਗੱਲ ਕਰਦੇ ਆ ਨਾ ਆਪਾਂ, ਕਹਿੰਦੇ ਧਨ ਦੌਲਤ, ਮੇਰੇ ਕੋਲ ਬਹੁਤ ਵੈਲਥ ਹੈ। ਨਾਓ what this wealth will do for you when you are getting some disease that has no cure? What will your money do? You tell me. You are having a heart attack, you are dying, what will your money do then? Tell me. नहीं कुछ कर सकते ना। When the death is already determined, what your wealth, what your money is going to do for you? Nothing. So ਹੁਣ ਜੇ ਬੰਦਾ ਮਰ ਜਾਵੇ ਉਹਦਾ ਧਨ ਪਿੱਛੇ ਰਹਿ ਗਿਆ। What will go with you is only ਨਾਮ। ਪਰਮਾਤਮਾ ਦਾ ਜਪਿਆ ਹੋਇਆ ਨਾਮ ਤੁਹਾਡੇ ਨਾਲ ਅੱਗੇ ਜਾਣਾ ਹੈ, ਬਾਕੀ ਸਭ ਕੁਝ ਇੱਥੇ ਰਹਿ ਜਾਣਾ ਹੈ। ਭਾਈ ਪਿਰਾਣਾ ਜੀ ਹੋਏ, ਉਹ ਇੱਕ ਦਿਨ ਤੁਰੇ ਜਾਂਦੇ ਸੀਗੇ, ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਸੌਦਾਗਰ ਮਿਲਿਆ। ਕਹਿੰਦਾ ਮੇਰਾ ਨਾ ਸਮਾਨ ਚੱਕ ਕੇ ਲੈ ਜਾਓ ਥੋੜੇ ਚਿਰ। ਕਹਿੰਦਾ ਸਮਾਨ ਨਹੀਂ ਮੇਰੇ ਤੋਂ ਚੱਕਿਆ ਜਾਂਦਾ, ਚੱਕ ਲਓ। ਭਾਈ ਪਿਰਾਣਾ ਜੀ ਉਹ ਸੀਗੇ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਜੋ ਸ਼ਹੀਦੀ ਮਹਾਰਾਜ ਕੀਤੀ ਹੈ ਨਾ ਲਾਹੌਰ, ਭਾਈ ਪਿਰਾਣਾ ਜੀ ਵੈਨ ਵਿਥ ਹਿਮ। ਭਾਈ ਪਿਰਾਣਾ ਜੀ ਵਿੱਚ ਇੰਨੀਆਂ ਸ਼ਕਤੀਆਂ ਸੀਗੀਆਂ, ਉਹਨਾਂ ਨੇ ਤਾਂ ਸ਼ਾਹਜਹਾਨ ਨੂੰ ਵੀ ਜਿਹੜਾ ਹੈ ਡਰਾਇਆ ਸੀਗਾ ਸ਼ੇਰ ਬਣ ਕੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਵਿੱਚ ਪਾਇਆ ਸੀਗਾ। ਉਹ ਭਾਈ ਪਿਰਾਣਾ ਦੇਖੋ ਕੀ ਹੈ, ਉਹ ਤੁਰਿਆ ਜਾਂਦਾ, ਉਹ ਕਹਿੰਦਾ ਮੇਰਾ ਸਮਾਨ ਚੱਕ ਲਾ। ਭਾਈ ਪਿਰਾਣੇ ਨੂੰ ਕਹਿੰਦਾ ਮੈਂ ਤੈਨੂੰ ਪੈਸੇ ਦੇ ਦਿਆਂਗਾ। ਕਹਿੰਦਾ ਪੈਸੇ ਨਹੀਂ ਮੈਨੂੰ ਚਾਹੀਦੇ, ਮੈਂ ਤੇਰੇ ਨਾਲ ਗੁਰਬਾਣੀ ਦੀਆਂ ਗੱਲਾਂ ਕਰਨੀਆਂ ਨੇ। ਕਹਿੰਦੇ ਸੌਦਾਗਰ ਤੂੰ ਮੇਰੀਆਂ ਗੱਲਾਂ ਸੁਣ ਲਈ, ਉਹੀ ਮੇਰਾ ਪੇਮੈਂਟ ਹੈ। ਉਹਨਾਂ ਨੇ ਸਮਾਨ ਚੱਕ ਲਿਆ, ਉਹ ਦੇਖਿਆ ਕੋਈ ਵਾਧੂ ਜਾਂ ਸਾਧੂ ਤੁਰਿਆ ਜਾਂਦਾ ਹੈ। ਉਹਨਾਂ ਨੇ ਉਹਨਾਂ ਨੂੰ ਗੁਰਮਤਿ ਦੀਆਂ ਗੱਲਾਂ ਦੱਸੀਆਂ, ਗੁਰੂ ਦੀ ਬਾਣੀ ਦੀ ਅਰਥ ਪੜ੍ਹਾਏ, ਉਹਨੂੰ ਦੱਸੇ। ਤੁਰਦੇ ਜਾਂਦੇ ਨੇ, 2 ਘੰਟਿਆਂ ਦਾ ਰਸਤਾ ਮੁੱਕਿਆ, ਉਹ ਜਾਣ ਲੱਗਿਆ। ਉਹ ਸੌਦਾਗਰ ਨੂੰ ਕਹਿੰਦਾ 7ਵੇਂ ਦਿਨ ਤੇਰੀ ਮੌਤ ਹੋ ਜਾਣੀ ਆ। ਭਾਈ ਪਿਰਾਣਾ ਜੀ ਕਹਿੰਦੇ 7th day you're going to die, that's all life you have now। 7ਵੇਂ ਦਿਨ ਤੂੰ ਮਰ ਜਾਣਾ ਹੈ। ਕਹਿੰਦਾ ਤੈਨੂੰ ਧਰਮਰਾਜ ਕੋਲ ਲੈ ਕੇ ਜਾਣਗੇ। ਧਰਮਰਾਜ ਤੈਨੂੰ ਸਵਾਲ ਪੁੱਛੇਗਾ ਵੀ ਜਿਹੜੀ ਤੂੰ ਸੰਗਤ ਕੀਤੀ ਹੈ, ਤੂੰ ਇਹਦਾ ਫਲ ਲੈਣਾ ਹੈ। ਜਦ ਵਾਕ ਯੂ ਨੋ ਦ 2 hours walk, ਉਹ ਸੰਗਤ ਦਾ ਤੂੰ ਫਲ ਲੈਣਾ ਹੈ, ਜਾਂ ਤੂੰ ਪਹਿਲਾਂ ਨਰਕ ਭੋਗਣੇ ਨੇ ਜਾ ਕੇ ਜਿਹੜੇ ਤੂੰ ਪਾਪ ਕੀਤੇ ਹੈ। ਵਿਚ ਵਨ ਸ਼ੈਲ ਆਈ ਗਿਵ ਯੂ ਫਸਟ? ਕਹਿੰਦਾ ਤੈਨੂੰ ਚੋਇਸ ਦਿੱਤੀ ਜਾਏਗੀ ਉੱਥੇ। ਭਾਈ ਪਿਰਾਣਾ ਕਹਿੰਦਾ ਤੂੰ ਚੋਇਸ ਪਤਾ ਕੀ ਲਈ? ਵੀ ਮੈਨੂੰ ਪਹਿਲਾਂ ਇਹ ਸੰਗਤ ਦਾ ਫਲ ਦੇ ਦੇ, ਨਰਕ ਮੈਂ ਬਾਅਦ ਚ ਦੇ ਚਲਿਆ ਜਾਵਾਂਗਾ, ਗਿਵ ਮੀ ਦਿਸ ਵਨ ਫਸਟ। ਉਹ ਸੌਦਾਗਰ ਪੁੱਛਦਾ ਹੈ, ਕਹਿੰਦਾ ਜੇ ਮੈਂ ਚਲਿਆ ਗਿਆ ਫਿਰ 7ਵੇਂ ਥੋੜਾ ਜਿਹਾ ਤਾਂ ਸੰਗਤ ਹੋਈ ਆ, ਉਹ ਤੋਂ ਬਾਅਦ ਤਾਂ ਮੈਨੂੰ ਨਰਕ ਨੂੰ ਜਾਣਾ ਹੀ ਪੈਣਾ ਹੈ। ਭਾਈ ਪਿਰਾਣਾ ਜੀ ਕਹਿੰਦੇ ਕਿ ਤੂੰ ਡਰਨਾ, ਤੇ ਤੋਂ ਪਹਿਲਾਂ ਮੈਂ ਉੱਥੇ ਪਹੁੰਚਿਆ ਹੋਊਂਗਾ, ਬਿਕਾਜ਼ ਆਈ ਹੈਵ ਟੂ ਲੀਵ ਦ ਵਰਲਡ ਬਿਫੋਰ ਯੂ ਲੀਵ। ਕਹਿੰਦਾ ਮੈਂ ਪਹਿਲਾਂ ਚਲਿਆ ਜਾਣਾ ਹੈ। ਕਹਿੰਦਾ ਮੈਂ ਤੈਨੂੰ ਉੱਥੇ ਹੀ ਮਿਲਾਂਗਾ। ਉਹ ਆ ਗਿਆ ਜੀ ਮਰ ਕੇ, ਉਹਨੂੰ ਜਾ ਕੇ ਉਹ ਬਿਠਾਤਾ। ਕਹਿੰਦੇ ਵੀ ਤੂੰ 2 ਘੰਟਿਆਂ ਦੀ ਸੰਗਤ ਕੀਤੀ ਸੀ, ਸੋ ਹਾਊ ਮਨੀ ਡੇਜ਼ ਯੂ ਆਰ ਗੋਇੰ ਟੂ ਸਟੇ ਹੇਅਰ ਇਨ ਅ ਟੋਟਲ ਪੀਸ, ਤੂੰ ਇੱਥੇ ਰਹੇਂਗਾ। ਵੈਰੀ ਨਾਈਸ। ਜਦੋਂ ਉਹਦਾ ਟਾਈਮ ਪੂਰਾ ਹੋਇਆ ਨਾ, ਜਮਦੂਤ ਆਏ ਉਹਨੂੰ ਲੈਣ ਵਾਸਤੇ ਵੀ ਤੈਨੂੰ ਨਰਕਾਂ ਨੂੰ ਭੇਜਣਾ ਹੁਣ। ਭਾਈ ਪਿਰਾਣੇ ਨੇ ਹੱਥ ਫੜ ਲਿਆ, ਕਹਿੰਦਾ ਜਾਈ ਨਾ, ਇੱਥੋਂ ਤੈਨੂੰ ਕੋਈ ਨਹੀਂ ਕੱਢ ਸਕਦਾ, ਕਿਉਂਕਿ ਸੰਗਤ ਹੈ, ਸੰਗਤ ਦੇ ਵਿੱਚ ਤਾਂ ਜਮਦੂਤ ਆ ਨਹੀਂ ਸਕਦੇ। ਦੇਖੋ 2 ਘੰਟਿਆਂ ਦੀ ਸੰਗਤ ਨੇ ਉਹ ਸੌਦਾਗਰ ਦੀ ਸਾਰੀ ਜ਼ਿੰਦਗੀ ਦੇ ਪਾਪ ਜਿਹੜੇ ਸੀ ਉਹ ਧੋਤੇ ਗਏ, ਕਿਉਂਕਿ ਇੱਕ ਗੁਰਸਿੱਖ ਦੀ ਸੰਗਤ ਉਹਨੂੰ ਹੋ ਗਈ। ਸੀ ਵਾਟ ਵੈਲਥ ਆਰ ਵੀ ਟਾਕਿੰਗ ਅਬਾਊਟ ਇਨ ਲਾਈਫ। ਇਹ ਵੈਲਥ ਜਿਹੜੀ ਆ, ਤੁਸੀਂ ਹਿਸਾਬ ਲਾਓ, ਤੁਸੀਂ ਸੁਣਿਆ ਹੋਗਾ ਨਾ ਸੁਲੇਮਾਨ ਗੋਸ ਜਿਹੜਾ ਸੀਗਾ, ਉਹਦੇ ਜਿਹੜਾ ਸੰਤ ਈਸ਼ਰ ਸਿੰਘ ਦਾ ਉਹਨਾਂ ਦੇ ਉਹ ਹੈਗੇ ਆ, ਉਹ ਕਹਿੰਦਾ 1000 ਸਾਲ ਉਹ ਭਟਕਦਾ ਰਿਹਾ। 1000 ਸਾਲ 1000 years ਵਾਸਤੇ। ਇਹ ਲਾਈਫ ਬਹੁਤ ਛੋਟੀ ਆ। ਦ ਲਾਈਫ ਦੈਟ ਕਮਸ ਆਫਟਰ ਡੈਥ ਨਾ, ਉਹ ਬਹੁਤ ਲੰਮੀ ਹੈ। ਦਿਸ ਲਾਈਫ ਇਜ਼ ਨਥਿੰਗ ਕੰਪੇਅਰ ਟੂ ਦੈਟ। ਸੋ ਨਾਓ ਇਫ ਯੂ ਵਾਂਟ ਟੂ ਵੈਲਿਊ ਯੋਰ ਲਾਈਫ, ਨਾਮ ਜਪੋ ਭਾਈ। ਨਾਮ ਤੋਂ ਬਗੈਰ ਹੋਰ ਕੋਈ ਧਨ ਨਹੀਂ ਹੈਗਾ। ਇਸ ਕਰਕੇ ਮਾਰ ਗਿਆ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਓ। ਸਾਰੇ ਪਸਾਰੇ ਝੂਠੇ ਨੇ ਨਾਮ ਤੋਂ ਬਗੈਰ। ਤੀਜੀ ਗੱਲ, ਜਿਹੜਾ ਕੋਪਸ ਹੁੰਦੇ ਨੇ, ਡੈਡ ਬੋਡੀ ਹੁੰਦੀ ਆ ਨਾ, ਉਹਨੂੰ ਜਿਹੜੀ ਹਨ ਭੁੱਖ ਲੱਗਦੀ ਆ ਨਾ ਉਹਨੂੰ ਸੌਣ ਦੀ ਲੋੜ, ਕਿਉਂਕਿ ਉਹ ਤਾਂ ਹਮੇਸ਼ਾ ਦੀ ਨੀਂਦ ਸੌਂ ਗਿਆ ਨਾ, ਉਹਨੂੰ ਕੀ ਸੌਣ ਦੀ ਲੋੜ ਆ ਹੁਣ, ਉਹ ਤਾਂ ਪੈ ਗਿਆ ਜਿੱਥੇ ਪੈ ਗਿਆ। ਸੋ ਕਹਿੰਦੇ ਇਸ ਕਰਕੇ ਗੁਰਸਿੱਖ ਜਿਹੜਾ ਹੈ ਨਾ, ਉਹ ਆਪਣੀ ਭੁੱਖ ਨਹੀਂ ਦੇਖਦਾ,
ਉਹ ਆਪਣੀ ਜਿਹੜੇ ਹਨ ਉਹ ਨਹੀਂ ਕੁਝ ਦੇਖਦਾ, ਉਹ ਦੇਖਦਾ ਗੁਰੂ ਦਾ ਪਿਆਰ, ਗੁਰੂ ਦੀ ਸੇਵਾ। ਜਿੱਥੇ ਮੈਂ ਨਾਮ ਜਪ ਲਵਾਂ, ਜਿੱਥੇ ਮੈਂ ਸੇਵਾ ਕਰ ਲਵਾਂ, ਮੈਂ ਲਾਹਾ ਲੈ ਲਵਾਂ, ਉਹ ਗੱਲਾਂ ਵੱਲ ਦੇਖਦਾ ਹੈ ਕਿ ਨਾ ਤੇ ਸੋ ਭੁੱਖ, ਨਾ ਨੀਂਦ, ਨਾ ਖਾਣਾ ਸੋਵਣਾ। ਕਹਿੰਦੇ ਉਹਨਾਂ ਨੂੰ ਕੁਛ ਨਹੀਂ ਇਹ ਫਰਕ ਪੈਂਦਾ ਗੁਰਸਿੱਖਾਂ ਨੂੰ। ਉਹ ਸਭ ਕੁਝ ਪਿੱਛੇ ਛੱਡਿਆ ਦਾ। ਬਿਕਾਜ਼ ਵਾਟ ਇਜ਼ ਯੋਰ ਪ੍ਰਾਇੋਰਿਟੀ? See, our priority now is eating vitamins, eating nutrition, eating good food, eating on time, this one, that one, body ਨੂੰ ਰੱਖਣ ਵਾਸਤੇ, ਜਿਹੜੀ body ਦੀ expiry date ਲਿਖ ਚੁੱਕੀ ਹੈ। What are you trying to save now? Just imagine, it's all pre-written. You can have the most expensive vitamins, medicines in the world. The day you are going to go, you're just going to go. Switch off. ਗੱਲ ਮੁੱਕੀ ਕੇ ਬਸ। ਇਸ ਕਰਕੇ ਭੁੱਖ ਤਰੇ ਨੂੰ ਛੱਡ ਕੇ ਗੁਰੂ ਦੀ ਸੇਵਾ ਨੂੰ ਜ਼ਿਆਦਾ ਧਿਆਨ ਦੇਣਾ। ਫਿਰ ਨਾ ਗੁਰਸਿੱਖ ਹੱਸਦਾ ਨਾ ਰੋਂਦਾ ਹੈ, ਕਿਉਂਕਿ ਖੁਸ਼ੀ ਜਿਹੜੀ ਮਿਲਦੀ ਹੈ, ਖੁਸ਼ੀ 'ਚ ਆਪਾਂ ਹੱਸਦੇ ਹਾਂ, ਦੁੱਖ ਵਿੱਚ ਆਪਾਂ ਰੋਂਦੇ ਹਾਂ। The person who cries in pain, definitely he will laugh in the happiness. ਇਹ ਦੋ ਗੱਲਾਂ ਇਕੱਠੀਆਂ ਹੀ ਚੱਲਦੀਆਂ ਨੇ, ਇਹ ਦੋ ਗੱਲਾਂ ਇਕੱਠੀਆਂ ਹੀ ਹੋਣਗੀਆਂ। ਜੇ ਛੁੱਟਣਾ ਇਹਨਾਂ ਤੋਂ, ਦੋਵਾਂ ਤੋਂ ਛੁੱਟਣਾ ਪਵੇਗਾ। ਉਹ ਕਿਵੇਂ? ਮਹਾਰਾਜ ਕਹਿੰਦੇ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣ। ਕਹਿਣ ਲੱਗੇ ਸਿੱਖ ਜਿਹੜਾ ਹੈ ਉਹ ਇੱਕ ਹੀ ਅਵਸਥਾ ਵਿੱਚ ਰਹਿੰਦਾ ਹੈ, ਉਹਦੇ ਵਾਸਤੇ ਸੱਚ ਵੀ ਝੂਠਾ ਹੈ, ਦੁੱਖ ਵੀ ਝੂਠਾ ਹੈ ਨਾ। ਜੇ ਦੋਵਾਂ ਨੂੰ ਤੁਸੀਂ ਝੂਠਾ ਕਰਕੇ ਦੇਖੋਗੇ ਫਿਰ ਫਰਕ ਕੀ ਰਹਿ ਗਿਆ? ਖੁਸ਼ੀ ਹਮੇਸ਼ਾ ਨਹੀਂ ਰਹਿਣੀ, ਦੁੱਖ ਵੀ ਹਮੇਸ਼ਾ ਨਹੀਂ ਰਹਿਣਾ। ਸੋ what is this? See, now you can have a disease or some pains in your body, but when you sleep you forget everything. Because why? ਤੁਹਾਡਾ ਧਿਆਨ, ਤੁਹਾਡੀ conscious ਅਵਸਥਾ ਜਿਹੜੀ body ਦੇ ਉੱਤੇ ਉੱਠ ਖੜਿਆ ਨਾ, you don't feel the pain anymore. You feel the pain when you want to feel the pain. ਇਹ body ਇਸੇ ਤਰ੍ਹਾਂ ਹੀ ਹੈ। ਇਹ body ਦੀ ਅਵਸਥਾ ਤੋਂ ਉੱਤੇ ਉੱਠ ਖੜੋ, ਕੁਛ ਵੀ ਨਹੀਂ ਹੈਗਾ। ਨਾ ਤੁਹਾਡੇ ਗੋਡੇ ਦੁਖਣੇ, ਨਾ ਥੋੜਾ ਸਿਰ ਦੁਖਣਾ, ਕੁਛ ਵੀ ਨਹੀਂ ਹੈਗਾ। ਪਰ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ body ਸਮਝੋਗੇ, ਉਦੋਂ ਤੱਕ ਇਹ ਦੁੱਖ ਵੀ ਤੁਹਾਡੇ ਨੇ ਸਾਰੇ। ਤਾਂ ਹੀ ਕਹਿੰਦੇ ਨਾ ਮੁਰਦਾ ਹੋਏ ਮੁਰੀਦ। ਮੁਰਦਾ ਹੋ ਕੇ ਦੇਖੋ ਹੁਣ ਗੁਰੂ ਗੋਬਿੰਦ ਸਿੰਘ ਦੇ ਜੰਗ ਸੀਗੇ, ਗੁਰੂ ਹਰਗੋਬਿੰਦ ਸਾਹਿਬ ਦੇ ਜੰਗ ਸੀਗੇ। ਵਾਈ ਸਿੱਖ ਯੂਜ਼ ਟੂ ਵਿਨ ਆਲ ਦ ਵਾਰਸ। ਕੋਈ ਵੀ ਐਸੀ ਜੰਗ ਨਹੀਂ ਜਿੱਥੇ ਸਿੱਖ ਹਾਰੇ ਆ, ਨਹੀਂ। ਵਾਈ? ਬਿਕਾਜ਼ ਦੇ ਆਰ ਰੈਡੀ ਟੂ ਡਾਈ। The other person is fighting to live. ਸਿੱਖ ਤਾਂ ਪਹਿਲਾਂ ਹੀ ਮਰਿਆ ਹੋਇਆ, ਉਹਨੂੰ ਤੂੰ ਕੀ ਮਾਰੇਗਾ? That's why, ਜੇ ਅਗਰ ਆਪਣੇ ਵਿੱਚ ਵੀ ਉਹੀ ਅਵਸਥਾ ਆ ਜਾਵੇ, you accept your death, then you see how nice your life is. Then you enjoy your life. Because ਤੁਸੀਂ ਮਰਨਾ ਤਾਂ ਕਬੂਲ ਕਰ ਲਿਆ। What worse can it happen in the world? ਸਭ ਤੋਂ worst ਚੀਜ਼ ਤੁਹਾਡੇ ਨਾਲ ਕੀ ਹੋਵੇਗੀ? ਮਰਨਾ ਹੀ ਆ ਨਾ। Accept that. ਗੱਲ ਮੁੱਕ ਗਈ। Then you enjoy your life. You cannot be living your life with the fear of death. ਮਰਨਾ ਜਾਣਾ, ਮਰ ਜਾਣਾ, ਫਿਰ ਲਿਵ ਨਾ, ਜ਼ਿੰਦਗੀ ਵੀ ਗਈ ਨਾ, ਫਿਰ ਵੇਸਟ ਨਾ। ਇਹਦੇ ਫਿਕਰ ਵਿੱਚ ਜਿਹੜੀ ਚੀਜ਼ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ, ਉਹਦੇ ਬਾਰੇ ਫਿਕਰ ਕਿਉਂ ਕਰਨਾ? Why must you be worried about death? Don't be worried. ਕਿਉਂਕਿ ਮਰਨਾ ਕੀ ਹੈ? ਅਸਲ 'ਚ ਮਰਨਾ ਕੀ? ਆਪਣੇ ਡਿਜ਼ਾਇਰਸ ਮਾਰਨੇ ਆ ਨਾ, ਆਪਣੀ ਨਿੰਦ ਭੁੱਖ, ਉਹ ਸਭ ਕੁਝ ਮਾਰਨਾ ਹੈ, ਗੁਰੂ ਨੂੰ ਅੱਗੇ ਕਰਨਾ। ਓਕੇ, ਸੋ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ, ਪਰ ਇਹ ਗੱਲਾਂ ਨਾਲ ਕੰਮ ਨਹੀਂ ਬਣਨਾ। ਯੂ ਹੈਵ ਟੂ ਡੂ ਇਟ ਪ੍ਰੈਕਟੀਕਲੀ, ਯੂ ਹੈਵ ਟੂ ਡੂ ਇਟ। ਇਹ ਗੱਲਾਂ ਨਾਲ ਨਹੀਂ ਹੋਣਾ। ਆਪਾਂ ਗੱਲਾਂ ਕਰਕੇ ਨਹੀਂ ਗਾਂਹ ਤੁਰ ਸਕਦੇ। ਨੋ, ਯੂ ਹੈਵ ਟੂ ਪ੍ਰੈਕਟਿਸ ਇਟ। ਯੂ ਹੈਵ ਟੂ ਕੀਪ ਇਟ ਇਨ ਮਾਈਂਡ ਐਂਡ ਯੂ ਹੈਵ ਟੂ ਫਿਕਸ ਇਟ ਦੈਟ ਵੀ ਇਹ ਚੀਜ਼ ਅਸਲੀਅਤ ਵਿੱਚ ਇਹ ਹੈ। ਓਕੇ, ਫਿਰ ਦੇਖੋ ਹੁਣ ਆਪਣੀ ਰਿਲੇਸ਼ਨਸ਼ਿਪ ਕੀ ਹੈ। ਦੇਖੋ ਇੱਕ ਸਿੱਖ ਜਿਹੜਾ ਹੈ ਉਹ ਇੱਕ ਮੁਰੀਦ ਆ, ਉਹਦਾ ਪੀਰ ਗੁਰੂ ਹੈ, ਗੁਰੂ ਨੂੰ ਸਿੱਖਿਆ ਦੇਣ ਵਾਲਾ ਹੈ, ਤੇ ਸਿੱਖ ਇੱਕ ਡਿਸਾਈਪਲ ਹੈ। ਭਾਈ ਗੁਰਦਾਸ ਨੇ ਆਪਣੀ 20ਵੀਂ ਵਾਰ ਦੇ ਵਿੱਚ ਬਹੁਤ ਸੋਹਣਾ ਦੱਸਿਆ। ਕਹਿੰਦੇ ਦੇਖੋ ਇਹ ਜਿਹੜਾ ਨਾ ਉਹਨਾਂ ਦੇ ਜਿਹੜੇ ਲਫ਼ਜ਼ ਆ ਨਾ, ਜੇ ਉਹਨਾਂ ਨੂੰ ਆਪਾਂ ਐਨਾਲਾਈਜ਼ ਕਰੀਏ ਨਾ, ਆਪਾਂ ਨੂੰ ਇਹ ਗੱਲ ਦੀ ਸਮਝ ਪੈਂਦੀ ਆ ਕਿ ਇੱਕ ਮੁਰੀਦ ਨੂੰ ਮੁਰਦਾ ਕਿਉਂ ਕਿਹਾ, ਕਿਉਂ ਹੋਣਾ ਪੈਣਾ ਹੈ, ਵਾਈ ਤੇ ਗੁਰੂ ਤੋਂ ਬਗੈਰ ਸਿੱਖ ਵਾਸਤੇ ਸਭ ਕੁਝ ਯੂਸਲੈਸ ਹੈ, ਕੁਝ ਵੀ ਨਹੀਂ ਹੈ। ਕਿਉਂ? ਦੇਖੋ ਭਾਈ ਗੁਰਦਾਸ ਜੀ ਕਹਿੰਦੇ ਆ ਨਾ, ਕਹਿੰਦੇ ਬਿਨ ਗੁਰ ਹੋਰ ਧਿਆਨ ਹੈ ਸਭ ਦੂਜਾ ਭਾਵ। ਗੁਰੂ ਤੋਂ ਬਗੈਰ ਸਭ ਦੂਜਾ ਭਾਵ ਹੈ, ਦੂਜਾ ਪ੍ਰੇਮ ਹੈ, ਉਹ ਝੂਠਾ ਪ੍ਰੇਮ ਹੈ, ਉਹ ਮੁੱਕਣ ਵਾਲਾ ਹੈ, ਉਹ ਡਿਸਅਪੁਆਇੰਟਮੈਂਟ ਦੇਣ ਵਾਲਾ ਹੈ। ਜੋ ਵੀ ਤੁਸੀਂ ਪਿਆਰ ਕਰੋਗੇ ਕੋਈ ਵੀ ਚੀਜ਼ ਦੇ ਨਾਲ ਗੁਰੂ ਤੋਂ ਬਗੈਰ, ਉਹ ਤੁਹਾਨੂੰ ਡਿਸਅਪੁਆਇੰਟ ਜ਼ਰੂਰ ਕਰੇਗਾ, ਉਹ ਨੀਅਤ ਹੈ। ਦੂਜੀ ਗੱਲ ਆ, ਬਿਨ ਗੁਰ ਸ਼ਬਦ ਗਿਆਨ ਹੈ ਫਿੱਕਾ ਅਲਾਓ। ਕਹਿੰਦੇ ਗੁਰੂ ਤੋਂ ਬਗੈਰ, ਗੁਰੂ ਦੇ ਸ਼ਬਦ ਤੋਂ ਬਗੈਰ ਹੁਣ ਜਿੰਨਾ ਮਰਜ਼ੀ ਤੁਸੀਂ ਗਿਆਨ ਇਕੱਠਾ ਕਰ ਲਓ, ਨੌਲੇਜ ਇਕੱਠਾ ਕਰ ਲਓ, ਇਟਸ ਆਲ ਫਿੱਕਾ, ਇਟਸ ਆਲ ਟੇਸਟਲੈਸ। ਉਹਦਾ ਟੇਸਟ ਨਹੀਂ ਤੁਹਾਨੂੰ ਆਉਣਾ, ਉਹ ਫਿੱਕਾ ਨੌਲੇਜ ਹੈ। ਗੁਰੂ ਦਾ ਸ਼ਬਦ ਹੀ ਪੱਕਾ ਨੌਲੇਜ ਹੈ, ਜਿਹੜਾ ਕਿ ਤੁਹਾਨੂੰ ਆਤਮਾ ਨੂੰ ਰਸ ਦਿੰਦਾ ਹੈ। See now, nobody in any faith in the world,
which faith will come and tell you ਪਹਿਲਾ ਮਰਨ ਕਬੂਲ? who's going to tell you this? ਜੇ ਆਪਾਂ ਬੋਧੀਆਂ ਨੂੰ ਇਹ ਗੱਲ ਜਾ ਕੇ ਦੱਸਦੀ ਨਾ ਪਹਿਲਾ ਮਰਨ ਕੋਲ ਸਾਰੇ ਭੱਜ ਜਾਣਾ ਉਹਨਾਂ, ਇਹ ਤਾਂ ਪਹਿਲਾਂ ਹੀ ਮਾਰੀ ਜਾਂਦੇ ਆ, ਅਸੀਂ ਤਾਂ ਮਰਨ ਦੇ ਦੁੱਖ ਕਰਕੇ ਇੱਥੇ ਆਏ ਆ ਤੇ ਇਹ ਤਾਂ ਪਹਿਲਾਂ ਮਾਰਨ ਨੂੰ ਤਿਆਰ ਹੋਏ ਪਏ ਆ। ਯੂ ਜਸਟ ਇਮੇਜਿਨ 20,000 ਬੰਦਾ ਬੈਠਾ, ਗੁਰੂ ਗੋਬਿੰਦ ਸਿੰਘ ਆ ਸੀਸ ਨੂੰ ਮੰਗਿਆ, ਭਾਈ ਦਇਆ ਸਿੰਘ ਤੀਜੀ ਆਵਾਜ਼ ਤੋਂ ਬਾਅਦ ਹੀ ਚੱਲ ਕੇ ਆਏ, 5 ਸਿੱਖ ਆਏ ਆਊਟ ਆਫ 20,000 ਦੇ ਇਕੱਠ ਵਿੱਚੋਂ। ਕਿਉਂ? ਆਪਾਂ ਜਿਉਣਾ ਚਾਹੁੰਦੇ ਆ, ਆਪਾਂ ਜੋ ਵੀ ਕਰਦੇ ਆਪਾਂ ਜਿਉਣਾ ਚਾਹੁੰਦੇ, ਆਪਾਂ ਮਰਨਾ ਨਹੀਂ ਚਾਹੁੰਦੇ। See, if I give you a faith today, I promise you will never die. Everything, I think everybody will convert to my faith now. Because I'm giving them a lie. ਮੈਂ ਝੂਠ ਬੋਲ ਰਿਹਾ ਹਾਂ। ਤੁਹਾਨੂੰ ਪਤਾ ਜਾਪਾਨ ਦੇ ਵਿੱਚ ਵੀ ਇੱਕ ਹੋਇਆ ਸੀ, ਕਲਟ ਹੋਇਆ ਸੀਗਾ, ਸਾਰੇ ਬੰਦੇ ਜ਼ਹਿਰ ਖਾ ਕੇ ਮਰ ਗਏ ਸੀਗੇ। ਉਹਨਾਂ ਨੂੰ ਕੀ ਝੂਠ ਬੋਲਿਆ ਕਿ ਆਪ ਜ਼ਹਿਰ ਖਾ ਕੇ ਮਰ ਕੇ ਤੁਹਾਨੂੰ ਇੱਕ ਇਟਰਨਲ ਲਾਈਫ ਦੇਣੀ ਆ। ਇਟਰਨਲ ਲਾਈਫ ਕਾਹਦੀ? ਜਮਦੂਤਾਂ ਨੇ ਕੁੱਟ-ਕੁੱਟ ਕੇ ਮਾਰਦੇ ਹੋਣੇ ਆ ਵਿਚਾਰੇ ਸਾਰੇ। ਕਾਹਦੀ ਇਟਰਨਲ ਲਾਈਫ ਆ? ਕਿਹਨੇ ਦੇਖੀ ਆ ਉਹ ਲਾਈਫ? See, people lie a lot, about the next world. In next world, nobody have seen, how are you going to verify? You tell me. कोई verify कर सकता है गुरु तो बगैर? गुरु दस रहा है थानू। See, this is the only faith in the world will tell you the truth, whether it's difficult for you to understand or it's difficult for you to accept, but faith सच है। ਇਹ ਗੁਰੂ ਨਾਨਕ ਦਾ ਘਰ ਹੈ। ਗੁਰੂ ਨਾਨਕ ਗੱਲ ਕਿਸੇ ਨੂੰ ਉਹਨੂੰ ਖੁਸ਼ ਕਰਨ ਵਾਸਤੇ ਨਹੀਂ ਦੱਸਦਾ। ਇਸੇ ਕਰਕੇ ਸਿੱਖੀ ਦਾ ਫੇਥ ਸੱਚਾ ਫੇਥ ਹੈ। ਇਹਨਾਂ ਤੁਹਾਨੂੰ ਸੱਚਾਈ ਤੁਹਾਡੇ ਮੂਹਰੇ ਰੱਖਣੀ ਹੈ। ਐਂਡ ਵਾਈ ਵੀ ਆਰ ਸੋ ਲਿਟਲ? ਕਿਉਂ ਆਪਾਂ ਨੇ ਥੋੜੇ ਆ ਦੁਨੀਆ 'ਚ? ਦੈਟਸ ਵਾਈ ਇਜ਼ ਇਟ। ਇਹ ਸੱਚ ਨੂੰ ਕੌਣ ਐਕਸੈਪਟ ਕਰਦਾ ਭਾਈ? ਬਹੁਤ ਥੋੜੇ ਕਰਦੇ ਨੇ, ਇੰਨੇ ਲੋਕ ਨਹੀਂ ਕਰਦੇ। ਲੋਕਾਂ ਨੂੰ ਸੁੱਖ ਚਾਹੀਦਾ ਹੈ। ਲੋਕ ਕਹਿੰਦੇ ਮੈਨੂੰ ਦੁੱਖ ਨਾ ਹੋਵੇ। ਮਹਾਰਾਜ ਕਹਿੰਦੇ ਦੁੱਖ ਤਾਂ ਤੇਰੇ ਪਹਿਲਾਂ ਲਿਖੇ ਹੋਏ ਨੇ। ਦੁੱਖ ਸੁੱਖ ਦੋਏ ਕੱਪੜੇ ਪਹਿਰੇ ਜਾਏ ਮਨੁੱਖ, ਸੁੱਖ ਤੇ ਦੁੱਖ ਤਾਂ ਕੱਪੜੇ ਨੇ ਜਿਹੜਾ ਤੂੰ ਪਾ ਕੇ ਤੁਰਨਾ ਫਿਰਨਾ। ਸੋ ਜਿਸ ਇਹ ਗਿਆਨ ਹੈ ਨਾ ਜਿਹੜਾ ਗੁਰੂ ਦਿੰਦਾ, ਬਾਕੀ ਤਾਂ ਫਿੱਕਾ ਹੀ ਹੈ, ਝੂਠਾ ਹੈ। ਕਹਿੰਦੇ ਵਿਨ ਗੁਰ ਜਿਹੜਾ ਹਨ ਚਰਨਾ ਪੂਜਨਾ ਸਭ ਕੂੜਾ ਸੁਆਓ। ਕਹਿਣ ਲੱਗੇ ਗੁਰੂ ਦੇ ਚਰਨਾਂ ਤੋਂ ਬਗੈਰ ਜੇ ਤੂੰ ਹੋਰ ਕਿਸੇ ਦੀ ਪੂਜਾ ਵੀ ਕਰਦਾ ਹੈ ਨਾ, ਉਹ ਸਾਰਾ ਦਾ ਸਾਰਾ ਹੀ ਕੂੜਾ ਝੂਠਾ ਹੈ। ਫਿਰ ਕਿ ਵਿਨ ਗੁਰੂ ਬਚਨ ਜੋ ਮੰਨਣਾ ਊਰਾ ਪ੍ਰਥਾਓ। ਕਹਿਣਗੇ ਜੇ ਗੁਰੂ ਦੇ ਬਚਨ ਤੋਂ ਬਗੈਰ ਹੋਰ ਕੁਝ ਮੰਨਣਾ, ਇਫ ਯੂ ਬਿਲੀਵ ਸਮਥਿੰਗ ਐਲਸ ਦੈਨ ਦ ਗੁਰੂ, ਤਾਂ ਕਹਿੰਦੇ ਉਹ ਇਨਕੰਪਲੀਟ ਹੈ, ਉਹ ਉਰਾ ਹੀ ਹੈ, ਉਰਾ ਹੀ ਰਹਿ ਜਾਂਦਾ ਹੈ, ਸਭ ਕੁਝ ਨਹੀਂ ਸਿਰੇ ਤੱਕ ਜਾਂਦਾ। ਤੇ ਕਹਿੰਦੇ ਸਾਧ ਸੰਗਤ ਬਿਨ ਸੰਗ ਹੈ ਸਭ ਕੱਚਾ ਚਾਓ। ਕਹਿੰਦੇ ਗੁਰੂ ਸੰਗਤ ਤੋਂ ਬਗੈਰ ਜਿੰਨੀ ਵੀ ਗੈਦਰਿੰਗ ਤੇ ਤੁਸੀਂ ਜਾਓਗੇ ਉਹ ਕੱਚੀਆਂ ਹੀ ਗੱਲਾਂ ਨੇ, ਲੋਕ ਝੂਠਾ ਹੀ ਬੋਲਦੇ ਹੋ ਨਾ। ਯੂ ਗੋ ਲੋਟ ਆਫ ਪਾਰਟੀਜ਼ ਰਾਈਟ, ਤੁਸੀਂ ਪਾਰਟੀਜ਼ ਨੂੰ ਜਾਂਦੇ ਹੋ, ਡਿਨਰਾਂ ਨੂੰ ਜਾਂਦੇ ਹੋ, ਉੱਥੇ ਕੀ ਗੱਲਾਂ ਹੁੰਦੀਆਂ ਜੀ? ਝੂਠੀਆਂ ਹੀ ਹੁੰਦੀਆਂ ਨਾ। ਯਾ ਆਈ ਡਿਡ ਦਿਸ, ਆਮ ਗੋਇੰ ਟੂ ਡੂ ਦਿਸ, ਨਾਓ ਵੀ ਆਰ ਗੋਇੰ ਟੂ ਡੂ ਦਿਸ, ਵੀ ਆਰ ਡੂ ਦਿਸ। ਉਹ ਵੱਡੀਆਂ ਗੱਲਾਂ ਕਰਦੇ ਆ, ਜਾ ਕੇ ਸੌਂਦੇ ਹਾਰਟ ਅਟੈਕ ਨਾਲ ਮਰ ਜਾਂਦੇ ਆ। ਦੂਜੇ ਦੇ ਬੰਦੇ ਭਾਲਦੇ ਫਿਰਦੇ ਵੀ ਇਹ ਤਾਂ ਵੱਡੀਆਂ ਗੱਲਾਂ ਕਰਕੇ ਗਿਆ ਸੀ ਕੱਲ, ਹੁਣ ਕਿੱਥੇ ਗਿਆ ਹੈ? ਕੌਣ? ਇਟਸ ਜਸਟ ਲਾਈਕ ਦੈਟ। ਇਹ ਫਿੱਕੀਆਂ ਗੱਲਾਂ ਨੇ ਨਾ, ਸੱਚ ਤਾਂ ਨਹੀਂ ਨਾ ਹੈਗਾ। ਤੇ ਕਹਿੰਦੇ ਪੀਰ ਮੁਰੀਦਾਂ ਪਿਰਹੜੀ। ਕਹਿੰਦੇ ਪੀਰ ਤੇ ਮੁਰੀਦਾਂ ਦਾ ਜਿਹੜਾ ਪਿਆਰ, ਆਪਸ ਵਿੱਚ ਜਿਹੜਾ ਪਿਆਰ ਹੈ, ਪਿਰਹੜੀ ਜਿਨ ਜਾਣਨ ਦਾਓ। ਕਹਿੰਦੇ ਉਹੀ ਇਹ ਬਾਜੀ ਸੰਸਾਰ ਦੀ ਜੀਵਨ ਦੀ ਜਿੱਤ ਕੇ ਜਾਂਦੇ ਨੇ। ਉਹ ਜਿੱਤ ਕੇ ਜਾਂਦੇ ਨੇ, ਉਹ ਹੱਸਦੇ ਜਾਂਦੇ ਨੇ, ਬਾਕੀ ਦੇ ਰੋਂਦੇ ਜਾਂਦੇ ਨੇ। See, the thing is, if you have accepted, let's say you go for holiday, right? You might be enjoying your holiday, ਪਰ ਉੱਥੇ ਫਿਰ ਤੁਹਾਨੂੰ ਇੱਕ ਦਿਨ ਮੁੜਨਾ ਪੈਂਦਾ। ਤੁਸੀਂ ਸੈਟ ਹੋ ਕੇ ਮੁੜਦੇ ਹੋ ਕਿ ਮੈਂ ਨਹੀਂ ਮੁੜਨਾ ਸੀਗਾ, ਮੈਂ ਹੋਰ 2-3-4 ਦਿਨ ਰਹਿ ਪੈਂਦਾ, ਮੇਰੀ ਹੌਲੀਡੇ ਸੋਹਣੀ ਚੱਲਦੀ ਸੀ, ਫਿਰ ਮੈਂ ਆਫਿਸ ਜਾਊਂਗਾ, ਫਿਰ ਮੈਨੂੰ ਕਹੋਗਾ। ਦੇਖੋ ਉਹ ਜਿਹੜਾ ਲਾਸਟ 2 days ਹੁੰਦਾ ਨਾ ਹੌਲੀਡੇਜ਼ ਦਾ, ਉਹ ਤੁਸੀਂ ਖਰਾਬ ਕਰ ਲਿਆ ਰੋ ਪਿੱਟ ਕੇ। ਆਉਣਾ ਤਾਂ ਪੈਣਾ ਹੀ ਹੈ। ਮੈਂ ਤੁਹਾਨੂੰ ਉੱਥੇ ਸਵਿਟਜ਼ਰਲੈਂਡ 'ਚ ਥੋੜਾ ਚਾਚਾ ਤਾਂ ਨਹੀਂ ਬੈਠਾ ਤੁਹਾਨੂੰ ਘਰ 'ਚ ਬੁੱਢਰ ਖਾਊਗਾ ਤੇ ਤੁਹਾਨੂੰ ਪਰੌਂਠੇ ਖਿਲਾਊਗਾ ਉੱਥੇ, ਰਾਈਟ? ਮੁੜਨਾ ਤਾਂ ਪੈਣਾ ਹੀ ਆ ਨਾ। ਇਹ ਸੰਸਾਰ ਤੋਂ ਜਾਣਾ ਹੀ ਤਾਂ ਪੈਣਾ ਹੀ ਆ, ਸਾਰਿਆਂ ਨੂੰ ਹੀ ਪਤਾ ਹੈ। ਪਰ ਰੋਂਦੇ ਪਿੱਟੇ ਤੇ ਕਿਉਂ ਜਾਂਦੇ ਹੋ? ਜਿਵੇਂ ਆਏ ਆ ਉਵੇਂ ਚਲੇ ਜਾਓ। ਸੌਰੀ, ਆਉਂਦੇ ਵੀ ਰੋਂਦੇ ਹੀ ਆਉਂਦੇ ਆ, ਜਾਂਦੇ ਵੀ ਰੋਂਦੇ। ਓਕੇ, ਸੋ ਅੱਗੇ ਦੇਖੋ, ਮੁਰਦਾ ਹੋਏ ਮੁਰੀਦ ਸੋ ਗੁਰਸਿੱਖ ਜਾਏ ਸਮਾਏ ਬਾਬਾਣੇ। ਦੇਖੋ ਕਿੰਨਾ ਸੋਹਣਾ ਸ਼ਬਦ ਹੈ ਭਾਈ ਗੁਰਦਾਸ ਨੇ, ਦੇਖੋ ਕਿੰਨਾ ਸੋਹਣਾ ਲਿਖਿਆ। ਕਹਿੰਦਾ ਮੁਰਦਾ ਹੋਏ ਮੁਰੀਦ, ਕਹਿੰਦੇ ਮੁਰੀਦ ਜਿਹੜਾ ਉਹ ਮੁਰਦਾ ਹੋਏ, ਸੋ ਗੁਰਸਿੱਖ ਜਾਏ ਸਮਾਏ ਬਾਬਾਣੇ। ਉਹ ਬਾਬਾ ਨਾਨਕ ਵਿੱਚ ਜਾ ਕੇ ਸਮਾ ਜਾਂਦੇ ਨੇ ਗੁਰਸਿੱਖ। ਜਿਵੇਂ ਇੱਕ ਬੋਡੀ ਨੂੰ ਉਹਦੀ ਉਹ ਗ੍ਰੇਵ ਖਾ ਜਾਂਦੀ ਹੈ ਨਾ, ਕਹਿੰਦੇ ਸਿੱਖ ਨੂੰ ਵੀ ਗੁਰੂ ਆਪਣਾ ਰੂਪ ਦੇ ਦਿੰਦਾ ਹੈ। ਦਿਸ ਇਜ਼ ਹਾਊ ਭਾਈ ਲਹਿਣਾ ਬਿਕਮ ਗੁਰੂ ਅੰਗਦ। ਗੁਰੂ ਅਮਰਦਾਸ ਜੀ ਬਿਕੇਮ ਗੁਰੂ ਅਮਰਦਾਸ ਜੀ ਕਿਵੇਂ ਬਣੇ? ਉਹ ਗੁਰੂ ਵਿੱਚ ਸਮਾ ਗਏ ਨਾ, ਗੁਰੂ ਦਾ ਇੱਕ ਰੂਪ ਹੋ ਗਏ। ਸੀ ਹਾਊ ਨਾਈਸ ਇਜ਼ ਇਟ। ਨਾਓ ਇਫ ਆਈ ਟੈਲ ਯੂ ਦ ਗ੍ਰੇਟੈਸਟ ਪਰਸਨ ਇਨ ਦ ਹੋਲ ਵਰਲਡ ਇਜ਼ ਗੋਡ। ਨਾਓ ਆਈ ਗਿਵ, ਗੁਰੂ ਨਾਨਕ ਨੇ ਤੁਹਾਨੂੰ ਇੱਕ ਵਾਅਦਾ ਕੀਤਾ ਹੈ, ਤੁਹਾਨੂੰ ਗੋਡ ਬਣਾਉਣਾ, ਤੁਸੀਂ ਨਹੀਂ ਲੈਣਾ। ਆਪਾਂ ਤਾਂ ਸਾਰੇ ਨਾ ਹੀ ਕਰ ਰਹੇ ਹਾਂ ਨਾ ਹੁਣ ਤੱਕ ਤਾਂ। ਗੁਰੂ ਨਾਨਕ ਨੂੰ ਕਹਿੰਦੇ ਤੁਸੀਂ ਰਹਿਣ ਦਿਓ, ਕੋਈ ਨਹੀਂ, ਸਾਨੂੰ ਉਹਦੇ ਕਰਮਾਂ 'ਚ ਫਸੇ ਰਹਿਣ ਦਿਓ, ਵੀ ਆਰ ਹੈਪੀ ਲਾਈਨ।
2 कप कॉफ़ी दे पी ले सवेरे शाम, थोड़ी रोटी बिस्किट जे खा के आप खुश हो जाए। वेरी नाइस लाइफ, गुड लाइफ, है ना। थोड़ियां जबलियाँ इधर मार लिया, थोड़ा झूठ इधर बोल लिया, सुन लिया थोड़ा बहुता, वेरी नाइस, नाइस लाइफ। वी लाइक दिस काइंड ऑफ लाइफ, where everything is, we feel that it's very light। ਜਦੋਂ ਕੋਈ ਗਿਆਨ ਦੀ ਗੱਲ ਕਰੇ ਵੈਰੀ ਹੈਵੀ ਲਾ, ਵੈਰੀ ਹੈਵੀ ਲਾ, ਉੱਤੋਂ ਦੀ ਲੰਘ ਗਿਆ, ਉੱਤੋਂ ਦੀ ਲੰਘ ਗਿਆ। ਐਂ ਤਾਂ ਹਵਾਈ ਜਹਾਜ਼ ਵੀ ਤੁਹਾਡੇ ਉੱਤੇ ਦੀ ਲੰਘਦੇ ਆ, ਤੁਹਾਡੇ ਵੱਜਦੇ ਥੋੜੋ ਆ, ਹੈ ਨਾ। ਕੀ ਗੱਲ ਆ ਇਹਦੇ ਵਿੱਚ? ਬਟ ਵੀ ਡੋਂਟ ਵਾਂਟ ਟੂ ਟੇਕ ਦ ਵੇਟ, ਰਾਈਟ। ਆਪਾਂ ਸੋਚਣਾ ਨਹੀਂ ਚਾਹੁੰਦੇ। ਜੇ ਆਪਾਂ ਸੋਚਣਾ, ਦੇਖੋ ਇਹੀ ਤਾਂ ਸਿੱਖੀ ਆ, ਨਾ ਸੋਚੋ, ਗੁਰੂ ਦੀ ਗੱਲ ਮੰਨ ਲਓ, ਸਿੰਪਲ। ਐਂਡ ਗੁਰੂ ਉਹ ਗੱਲ ਦੱਸ ਰਹੇ ਜਿਹੜੀ ਸੱਚ ਆਈ ਨਾ, ਹੋ ਕੇ ਰਹਿਣੀ ਆ, whether you like it or not। But the only thing is, when you are not prepared for it, then it comes in a shock। ਤੁਸੀਂ ਦੇਖਿਆ ਬੰਦੇ ਜਦੋਂ ਮਰਦੇ ਆ, ਜ਼ਿਆਦਿਆਂ ਦੇ ਮੂੰਹ ਖੁੱਲੇ ਹੀ ਰਹਿ ਜਾਂਦੇ ਆ ਕੀ ਹੋ ਗਿਆ, ਮਰ ਗਿਆ। ਫਿਰ ਮੂੰਹ ਬੰਦ ਕਰਦੇ ਫਿਰਦੇ, ਆਪਾਂ ਬੰਦੇ ਫਿਰਦੇ ਹੁੰਦੇ ਆ, ਇੱਥੇ ਠਾਟੀ ਬਣਦੀ, ਉਹ ਮੂੰਹ ਖੁੱਲੇ ਹੀ ਰਹਿ ਜਾਂਦਾ, ਉਹ ਸ਼ੌਕ ਹੋ ਜਾਂਦਾ, ਉਵੇਂ ਰਹਿ ਗਿਆ। ਫਿਰ ਇਹੀ ਗੱਲ ਹੁੰਦੀ ਆ ਨਾ। ਤੁਸੀਂ ਦੇਖਿਆ ਕੋਈ ਮਰਿਆ ਹੋਇਆ ਬੰਦਾ ਜਿਹਦਾ ਮੂੰਹ ਸਮਾਈਲਿੰਗ ਹੋਇਆ, ਬਹੁਤ ਘੱਟ ਦਿਸਦੇ ਆ ਨਾ, ਰਾਈਟ। ਹੈਪੀ ਫੇਸ, ਕਈ ਮਰਿਆਂ ਦੇ ਵੀ ਹੈਪੀ ਫੇਸ ਹੁੰਦੇ ਆ ਨਾ। ਜਿਵੇਂ ਤੁਸੀਂ ਦੇਖੋ ਕੋਈ ਮਹਾਂਪੁਰਸ਼, ਕੋਈ ਸੰਤ ਸਰੀਰ ਛੱਡੇ, ਉਹਦਾ ਮੂੰਹ ਦੇਖੋ, ਉਦੋਂ ਵੀ ਗਲੋ ਕਰਦਾ ਹੁੰਦਾ ਆਪਣੀ ਖੁਸ਼ੀ ਵਿੱਚ। ਦੇਖ ਕੇ ਉਹਨਾਂ ਨੂੰ ਖੁਸ਼ੀ ਲੱਗਦੀ ਹੈ, ਇਹ ਨਹੀਂ ਲੱਗਦਾ ਵੀ ਮਰਿਆ ਹੈ, ਨੋ, ਲੱਗਦਾ ਜਿਉਂਦਾ ਹੈ, ਕਿਉਂਕਿ ਖੁਸ਼ ਆ ਉਹਦਾ ਮੂੰਹ। ਸੰਸਾਰੀਆਂ ਦੇ, ਆਪਣੇ ਵਰਗਿਆਂ ਦੇ ਮੂੰਹ ਪਤਾ ਨਹੀਂ ਕਿਵੇਂ ਹੁੰਦੇ ਆ ਜੀ, ਬਹੁਤ ਬੁਰੇ ਜਿਹੇ ਹੁੰਦੇ, ਦੇਖਣ ਨੂੰ ਵੀ ਲੋਕ, ਕਈ ਤਾਂ ਬੱਚਿਆਂ ਨੂੰ ਪਾਸੇ ਕਰ ਲੈਂਦੇ ਵੀ ਨਹੀਂ ਦੇਖ, ਤੈਨੂੰ ਸੁਪਨਾ ਆਊਗਾ ਭੈੜਾ, ਇਹ ਜਿਹੇ ਬੁਰੇ ਮੂੰਹ ਬਣਾ ਲੈਂਦੇ ਆ ਆਪਾਂ। ਐਕਸੈਪਟ ਨਹੀਂ ਨਾ ਕੀਤਾ, ਐਕਸੈਪਟ ਕਰੋ ਉਹ ਚੀਜ਼ ਨੂੰ, ਹੁਣੀ ਆ, ਲਾਈਕ ਇਟ অর ਨੋਟ। ਓਕੇ, ਫਿਰ ਇੱਥੇ ਇੱਕ ਸਾਖੀ ਹੈ ਭਾਈ ਨਾਈ ਧਿੰਗਾ ਦੀ। ਭਾਈ ਮਨੀ ਸਿੰਘ ਜੀ ਦੀ ਜਿਹੜੀ ਸਿੱਖਾਂ ਦੀ ਭਗਤ ਮਾਲਾ ਨਾ, ਉਹਦੇ ਵਿੱਚ ਲਿਖਿਆ ਹੈ ਕਿ ਨਾਈ ਧਿੰਗਾ ਗੁਰੂ ਅੰਗਦ ਜੀ ਦੇ ਦਰਬਾਰ ਅੱਗੇ ਆਏ ਰਹਿਆ। ਕਹਿਣਗੇ ਗੁਰੂ ਅੰਗਦ ਦੇਵ ਜੀ ਦਾ ਸਿੱਖ ਸੀਗਾ ਨਾਈ ਧਿੰਗਾ। ਕਹਿੰਦੇ ਨਾਲੇ ਪਾਣੀ ਗਰਮ ਕਰ ਕਹਿ ਸਿੱਖਾਂ ਨੂੰ ਜਿਹੜਾ ਇਸ਼ਨਾਨ ਕਰਾਵੇ। ਕਹਿਣਗੇ ਹੁਣ ਨਾਈਆਂ ਦਾ ਕੰਮ ਕੀ ਹੁੰਦਾ, ਬੋਡੀ ਦੀ ਸੇਵਾ ਕਰਨੀ ਨਾ ਦੂਜਿਆਂ ਦੀ। ਕਹਿੰਦੇ ਕੀ ਕਰਦਾ ਸੀ, ਇੱਕ ਸੰਗਤ ਵਿੱਚ ਆ ਕੇ ਤੱਤਾ ਪਾਣੀ ਗਰਮ ਕਰਕੇ ਸਵੇਰੇ ਸਵੇਰੇ ਸਿੱਖਾਂ ਦਾ ਇਸ਼ਨਾਨ ਕਰਾਇਆ ਕਰਦਾ ਸੀ। ਨਾਲ ਸਿੱਖਾਂ ਦੀ ਨੂੰ ਚਾਪੀ ਕਰੇ, ਜਿਹੜਾ ਹਨ ਰੁਗ ਚੁਕਾਵੇ। ਕਹਿਣਗੇ ਫਿਰ ਸਿੱਖਾਂ ਦੀ ਮੁੱਠੀ ਛਾਪੀ ਵੀ ਕਰਦਾ ਸੀ ਥੱਕਿਆ ਹੋਇਆਂ ਦੀ, ਜੇ ਕੋਈ ਫੋੜਾ ਹੈਗਾ ਜਾਂ ਕਿਤੇ ਉਹਦੀ ਦਵਾਈ ਵੀ ਲਾਉਂਦਾ ਹੁੰਦਾ ਸੀ। ਕਹਿੰਦੇ ਸਾਥ ਹੀ ਗੁਰੂ ਕੀ ਸੇਵਾ ਪੂਜਾ ਕਰੇ, ਨਾਲ ਗੁਰੂ ਅੰਗਦ ਦੇਵ ਜੀ ਦੀ ਵੀ ਸੇਵਾ ਕਰਿਆ ਕਰਦਾ ਸੀਗਾ। ਇੱਕ ਦਿਨ ਸਾਹਿਬ ਕੇ ਪਾਸ ਉਸ ਅਰਦਾਸ ਕੀਤੀ, ਜੇ ਮੈਨੂੰ ਉਪਦੇਸ਼ ਕਰੋ। ਕਹਿੰਦਾ ਕਿ ਇੱਕ ਦਿਨ ਉਹਨੂੰ ਨਾਈ ਧਿੰਗਾ ਨੂੰ ਆਇਆ, ਕਹਿੰਦਾ ਵੀ ਮਹਾਰਾਜ ਮੈਨੂੰ ਕੁਝ ਦੱਸੇ ਵੀ ਮੇਰੀ ਮੁਕਤੀ ਕਿਵੇਂ ਹੋਵੇਗੀ। ਹੁਣ ਦੇਖੋ, ਕਹਿੰਦੇ ਬਚਨ ਹੋਆ, ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤਾ, ਕਹਿੰਦੇ ਮੁਰੀਦ ਮੁਰਦਾ ਕਹੀਂ ਦਾ ਹੈ। ਕਹਿੰਦੇ ਗੁਰੂ ਅੰਗਦ ਦੇਵ ਜੀ ਨੇ ਨਾਈ ਧਿੰਗਾ ਨੂੰ ਕਿਹਾ, ਕਹਿੰਦੇ ਜਿਹੜਾ ਮੁਰੀਦ ਹੁੰਦਾ ਉਹ ਮਰਿਆ ਹੋਇਆ ਹੀ ਚੰਗਾ ਹੁੰਦਾ। ਕਿਉਂ? ਕਹਿੰਦੇ ਜਬ ਮ੍ਰਿਤਕ ਕਾ ਅੰਗ ਕੋਈ ਨਹੀਂ ਹਲਦਾ। ਕਹਿੰਦੇ ਕਿ ਮ੍ਰਿਤਕ ਮਰਿਆ ਹੋਇਆ ਬੰਦਾ ਹੱਥ ਨਹੀਂ ਹਿਲਾ ਸਕਦਾ, ਜੇ ਹਿਲਾਉਣਾ ਆਪਾਂ ਨੂੰ ਚੱਕ ਕੇ ਹਿਲਾਉਣਾ ਪਊਗਾ, ਉਹ ਆਪਣੇ ਆਪ ਨਹੀਂ ਹਿਲਦਾ। ਰਿਮੈਂਬਰ ਦ ਸਾਖੀ, ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨਾਲ ਤੁਰੇ ਜਾਂਦੇ ਸੀਗੇ। ਮਹਾਰਾਜ ਗੋਬਿੰਦਵਾਲ ਸਾਹਿਬ 'ਚ ਗਏ ਗੁਰੂ ਅੰਗਦ ਦੇਵ ਜੀ। ਗੁਰੂ ਅਮਰਦਾਸ ਜੀ ਦਾ ਜਿਹੜਾ ਹੈ, ਮਹਾਰਾਜ ਨੇ ਆਪਣੇ ਸੱਜੇ ਹੱਥ ਨਾਲ ਗੁਰੂ ਅਮਰਦਾਸ ਦਾ ਲੈਫਟ ਹੈਂਡ ਫੜਿਆ ਹੋਇਆ ਸੀਗਾ। ਗੁਰੂ ਅਮਰਦਾਸ ਵਾਸ ਵਾਚਿੰਗ ਓਨਲੀ ਵਨ ਥਿੰਗ ਇਨ ਸਟੈਪ, ਦੇ ਮੇਰਾ ਸਟੈਪ ਗੁਰੂ ਤੋਂ ਅੱਗੇ ਨਾ ਹੋ ਜਾਵੇ। ਸੋ ਕੀ ਹੋਇਆ, ਤੁਰਦੇ ਜਾਂਦਿਆਂ ਗੁਰੂ ਅਮਰਦਾਸ ਜੀ ਦਾ ਰਾਈਟ ਹੈਂਡ ਸੀਗਾ ਨਾ, ਉਹ ਥੋੜਾ ਜਿਹਾ ਮੂਰੇ ਚਲੇ ਗਿਆ ਗੁਰੂ ਅੰਗਦ ਦੇਵ ਜੀ ਤੋਂ। ਯੂ ਨੋ ਵਾਟ ਗੁਰੂ ਅਮਰਦਾਸ ਜੀ ਡਿਡ, ਹੀ ਅਬੈਂਡਨ ਹਿਸ ਹੈਂਡ। ਉਹਨੇ ਹੱਥ ਬੰਨ ਲਿਆ, ਕਹਿੰਦਾ ਜ਼ਿੰਦਗੀ ਪਰ ਮੈਂ ਹੱਥ ਨਹੀਂ ਵਰਤਣਾ, ਕਿਉਂਕਿ ਇਹਨੇ ਮੇਰੇ ਗੁਰੂ ਤੋਂ ਅੱਗੇ ਹੋ ਗਿਆ, ਇਹਨੇ ਬੇਅਦਬੀ ਕੀਤੀ ਆ ਗੁਰੂ ਦੀ। ਦੇਖੋ ਕਿੰਨੀ ਛੋਟੀ ਜੀ ਗੱਲ ਆਪਣੇ ਵਾਸਤੇ, ਪਰ ਗੁਰੂ ਅਮਰਦਾਸ ਜੀ ਵਾਸਤੇ ਕਿੰਨੀ ਵੱਡੀ ਗੱਲ ਸੀ ਉਹ, ਵੀ ਮੇਰਾ ਗੁਰੂ ਅੱਗੇ ਚਾਹੀਦਾ ਹੈ। ਕੋਈ ਵੀ ਮੇਰਾ ਅੰਗ ਜੇ ਗੁਰੂ ਤੋਂ ਅੱਗੇ ਹੋਇਆ, ਇਸ ਮੇਰਾ ਅੰਗ ਨਹੀਂ ਹੋਏਗਾ, ਮੈਂ ਉਹਨੂੰ ਅਬੈਂਡਨ ਕਰਨਾ। ਸੋ ਦੇਖੋ, ਕਹਿੰਦੇ ਇਸ ਕਰਕੇ ਉਹ ਅੰਗ ਨਹੀਂ ਹਿਲਾਉਂਦਾ ਮੁਰਦਾ ਹੋਇਆ, ਗੌਰ ਕੀ ਲਾਇਕ ਹੁੰਦਾ ਹੈ। ਕਹਿਣਗੇ ਮਰਿਆ ਹੋਇਆ ਮੁਰੀਦ ਹੀ, ਮਰਿਆ ਹੋਇਆ ਬੰਦਾ ਹੀ ਕੁਆਲੀਫਾਈਡ ਹੈ ਫॉर द ग्रेव। ਕਹਿੰਦੇ ਗੁਰੂ ਦੀ ਗੌਰ ਵਾਸਤੇ ਉਹੀ ਕੁਆਲੀਫਾਈਡ ਹੈ। ਜਦ ਸਿੱਖ ਨੇ ਮਨ ਵਿੱਚੋਂ ਹੰਕਾਰ ਦੂਰ ਹੁੰਦਾ ਹੈ, ਜਦੋਂ ਸਿੱਖ ਨੇ ਆਪਣਾ ਹੰਕਾਰ ਦੂਰ ਕਰ ਲਿਆ, ਤਾਂ ਸਿੱਖ ਗੁਰਾਂ ਦੇ ਗਿਆਨ ਵਿੱਚ ਸਮਾਉਂਦਾ ਹੈ। ਫਿਰ ਗੁਰਸਿੱਖ ਗੁਰੂ ਦੇ ਗਿਆਨ ਵਿੱਚ ਸਮਾਉਂਦਾ ਹੈ ਜਦੋਂ ਉਹਨੇ ਆਪਣਾ ਹੰਕਾਰ ਛੱਡਤਾ ਨਾ। ਦ ਫਰਸਟ ਥਿੰਗ ਇਜ਼ ਯੂ ਹੈਵ ਟੂ ਲੈਟ ਗੋ ਯੋਰ ਈਗੋ, ਯੋਰ ਅਹੰਕਾਰ, ਯੋਰ ਪ੍ਰਾਈਡ। ਸਭ ਕੁਝ ਛੱਡਣਾ ਪਊਗਾ ਤਾਂ ਤੁਹਾਡੇ ਅੰਦਰ ਗਿਆਨ ਗੁਰੂ ਦਾ ਆਵੇਗਾ। ਦੇਖੋ ਸੈਨ ਨਾਈ ਜਬ ਮਨ ਲਾਇ ਕੇ ਸਾਧਾਂ ਕੀ ਟਹਿਲ ਕੀਤੀ, ਤਾਂ ਭਗਵਾਨ ਉਸ ਦਾ ਰੂਪ ਧਾਰ ਕੇ ਰਾਣੇ ਨੂੰ ਰਿਝਾਏ ਆਏ। ਕਹਿੰਦੇ ਕਿ ਮਹਾਰਾਜ ਨੇ ਐਗਜ਼ਾਮਪਲ ਵੀ ਦਿੱਤਾ। ਸੈਨ ਨਾਈ ਸੀਗਾ ਨਾ, ਉਹ ਭਜਨ ਸਿਮਰਨ ਕਰਦਾ ਸੀਗਾ, ਤੇ ਕਰਦਾ ਕਰਦਾ ਉਹਦਾ ਜਿਹੜਾ ਸਮਾਂ ਸੀ ਜਾ ਕੇ ਰਾਜੇ ਦੀ ਸੇਵਾ ਦਾ, ਉਹ ਲੰਘ ਗਿਆ। ਪਰਮਾਤਮਾ ਆਪ ਸੈਨ ਨਾਈ ਬਣ ਕੇ ਰਾਜੇ ਦੀ ਸੇਵਾ ਕੀਤੀ ਜਾ ਕੇ, ਵੀ ਮੇਰਾ ਭਗਤ ਬੈਠਾ।
ਹੁਣ ਉਹ ਕੰਮ ਦੇਖੋ ਨਾ, ਇਸੇ ਕਰਕੇ ਆਪਾਂ ਕਹਿੰਦੇ ਜਿੱਦਨ ਤੁਸੀਂ ਆਪਣੇ ਆਪ ਨੂੰ ਛੱਡੋਗੇ ਨਾ, परमात्मा प्रगट होगा। जब हम होते तब तू नाही, अब तू ही मैं नाही, यही एक फॉर्मूला है। यू वांट टू सी गॉड इन योर लाइफ, यस, लीव योरसेल्फ। अपने हंकार, अपना प्राइड छड्ड के तां देखो किवें परमात्मा तुहाडी जिंदगी विच प्रगट हुंदा। दैन यू विल सी गॉड विद योर bare eyes, तू परमात्मा सामने देखोगे तुसीं। पर जदों तक आपां हंकार नहीं छड्डदे, अपने शरीर का भरोसा नहीं छड्डदे तां नहीं होवेगा। सो मुर्दा होए मुरीद, गरीबी, कहते गरीबी, गरीबी की है? पातशाह मेरे को कुछ नहीं हैगा, आई एम नथिंग, मैं नंगा ही जम्मिया है, जिदन मैं मरना मेरा शरीर भी इत्थे रह जाना है, आई गॉट नथिंग, यू नो, मैं गरीब हाँ। कहते गरीबी कादी है? मान तो बगैर, हंकार तो बगैर, मेरे को प्राइड कोई नहीं हैगी, मेरी इज्जत कोई नहीं हैगी, मैं कुछ भी नहीं हाँ। मुर्दा होए मुरीद, आयो गरीबी दे विच। हुण देखो जिहड़ा आइडियल डिसाइपल जां जिहड़ा बहुत श्रेष्ठ महाराज दा जिहड़ा सिख है, वो कौन है? कहंदे वो है जिन्हें सारा कुछ छड्ड के गुरु रूपी गोर दे विच अपने आप नूं पा लिया। उन्हें सब कुछ गुरु नूं जान लिया ते ओहदा माइंडसैट गुरसिख दा ऐसा है, जिवें भाई गुरदास जी ने इत्थे शब्द विच लिखिआ, मुर्दा होए मुरीद सो गुरु गोर समावै। कहणगे मुर्दा होए मुरीद, गुरु दी गोर विच जा समाउंदा, एक हो जाता है। शब्द सुरत लिव लीन, वो शब्द ते सुरत दा जोड़ हो जाता है, मेल हो जाता है। कहंदे होए, कहंदे ओ आप गवावै, उन्हें अपने आप नूं गवाता। वो शब्द ते ओदी सुरत दा मेल हो गया ना। शब्द ते सुरत दा मेल की है? वट एवर द गुरबाणी से इज दैट इज ओनली ट्रूथ, दैट इज वट यू विल डू, दैट इज योर ओनली आइडियल, दैट इज ओनली योर डेस्टिनेशन ऑफ लाइफ। सब कुछ वही है और कुछ नहीं हैगा। छड़ दो सबको, देखो और के कुछ भी नहीं चाहिए, वही चीज है। बस जो गुरु ने कहता, जो गुरु का शब्द है, वही सब कुछ है। नाउ दिस इज वेरी इंपॉर्टेंट ना। हुण आपां कुछ होर सोचते हैं, बाणी होर कुछ कहती है। व्हाट वी डू ऑलवेज, वी नो गुरु डजंट लाइक यू टू डू दैट, बट वी स्टिल डू इट। व्हाई? बिकॉज वी थिंक वी नो बेटर देन देम। वही गल है ना। आपां भी नहीं छड्डदे ना, आपां हंकार नूं छड्डदे, आपां नूं किसी ते गुस्सा आउंदा, आपां गुस्सा छड्डदे नहीं ना। किते आपां नूं धोखा करन दा जां तुहानूं रिटर्न पैसे किसी ने ज़्यादा देते, तुसीं मोड़दे हो। बहुत घट इंस्टेंसिस च कहोगे भाई तुहानूं वध पैसे देते, वापस लै ला, नहीं ना। आपां चक के तुर पैंदे आ, चलो महाराज ने दित्ते आ जी तो धन्नवाद जी, आपां पढ़ के दिंदे नहीं ना, महाराज धन्नवाद करी चलन दी करो, वो गल हुंदी। सी वी नो वी आर रॉन्ग। महाराज कहंदे आ तू किसी दी निंदा नहीं करनी, किसी नूं माड़ा नहीं कहना, पर फिर भी आपां कही दिंदे आ ना, आपां मंनदे आ। मतलब हजे आप मुर्दा नहीं होए ना, अपनी सियाणप हजे भी चलती है अंदर। वी नो आप सियाणे हैं, वी नो बेटर। what Guru Nanak know? He was 500 years ago, he don't know, man. Today the world has changed. Guru Nanak didn't have handphone, Guru Nanak didn't have computers, didn't have iPads. Guru Nanak ਨੂੰ ਕੀ ਪਤਾ, ਮੈਨੂੰ ਜ਼ਿਆਦਾ ਪਤਾ ਹਾਂ। That's what we do, right? So देखो, तन धरती कर धर्मसाल मन दब विछावै। देखो भाई गुरदास जी कितना सोहना इत्थे लिखदे आ, कहंदे देखो तन धरती है, our body is like the earth। कहंदे धर्म ਜਿਹੜੇ ਹਨ, ਕਹਿੰਦੇ ਕਰ ਧਰਮਸਾਲ ਮਨ ਦਬ ਵਿਛਾਵੈ। ਕਹਿਣ ਲੱਗੇ ਇਹ ਧਰਤੀ ਤੇ ਇਹ ਜਿਹੜੀ ਹਨ, ਇਹਦੇ ਉੱਤੇ ਜਿਹੜੀ ਧਰਮਸਾਲ ਪਈ ਆ, ਕਹਿੰਦੇ ਉਹਨੂੰ ਕੀ ਕਰ, ਕਹਿੰਦੇ ਆਪਣਾ ਸਰੀਰ ਉਹ ਧਰਮਸਾਲ ਬਣਾ। ਕਹਿੰਦੇ ਮਨ ਦਬ ਵਿਛਾਵੇ, ਆਪਣਾ ਮਨ ਜਿਹੜਾ ਉਹਦੀਆਂ ਸਫਾਂ ਵਿਛਾ ਦੇ, ਉੱਥੇ ਸੰਗਤ ਨੂੰ ਬੈਠਣ ਵਾਸਤੇ ਆਪਣਾ ਮਨ ਇੰਨਾ ਨੀਵਾਂ ਕਰ ਲਾ ਕਿ ਉਹਦੇ ਤੇ ਸੰਗਤ ਬੈਠੇ ਆ ਕੇ। फिर कहते लत्ता हेठ लताड़ी है गुर शब्द कमावे। कहते वह दब बन के जो तू कापेट बन गया ना, थले लोग तेन मिधते ने, मिध के तेरे उत्ते चलन, तेरे मन नू, तेरी मान नू, तेरा मान जरा वो गवावे। कहते गुर शब्द कमावे, ते वो सिख गुरु का शब्द कमा रहे ने, वो तेन दब दब के चलन, तेरे उत्ते चलन। तेरा मन इन्ना नीवा चाहिए, यू आर नथिंग, पीपल स्टैप ऑन यू। ते फिर कहते भाए भगत प्रेमा भगती निवान होए। कहता प्रेमा भगत के नीवा हो, गुरमुत ठहरावै। जिवें पानी नीवें थां ते ठहर जाता है, कहते गुरमुत भी हंबलनेस ते आके ठहर जाती है। वर्षे निजर धार, जो मीह पैंदा है, मीह पैण करके कहते कि होए संगत चल आवे। कहते संगत फिर चल के आउंदी है, जिवें मीह वरसदा है, उन्नी किरपा गुरु महाराज जी अपनी संगत ते करदे ने। जो तू नीवा हुंदा है, तू कंटेन कर लैंदा है गुरु दे शब्द नूं। जे तू उच्चा होएगा तो रुट के थले ही आना पवेगा ना।
जैसा नीवापन दी महाराज ने बहुत वडियाई की है। वाह, नीवेपन के विच कॉन्टेन हुंदी है गल, उच्चा कॉन्टेन नहीं करता, वो रोड़दा है थल्ले नूं। ते जिहड़ा नीवा बंदा उहनूं सब कुछ मिल जाता है। इन लाइफ ऑल्सो जदों तुसीं हंबल होंगे ना, सब कुछ तुहाडे कोल अपने आप आ जाना। जिद्दन तुसीं हंकार करोगे ना, सब कुछ तुहाडे कोल रुड़ रुड़ के जाई जाना है। यू विल सी थिंग्स गोइंग थ्रू यू बट यू विल गेट नथिंग। हंबलनेस दे इन्ना पावर है नीवे होने दा। सो कंक्लूजन की है कि सिख जिहड़ा है अपने आप नूं मरिया होया समझदा है दुनिया तो, वो परमात्मा वल्लों जागदा है, परमात्मा वल्लों जिउंदा है। कहंदे तू डाई, तू मरना जिहड़ा है भावें सौखा नहीं, पर गुरु महाराज दे गुरसिखां ने यही गल नूं सिक्ख्या है। जिन्हां ने हंकार नहीं तोड़िया, महाराज ने उन्होंने प्रीख्या दे विच उहदा तोड़ दिता, उहदा मान। भाई मंझ दा तोड़िया, भाई नंद लाल दा तोड़िया, किदा किदा नहीं महाराज ने तोड़िया। पर उन्होंने जो सिक्खी बख्शी तो कैसी बख्शी, दुनिया के पूजन योग हो गए। तो देखो जरा एक सिख की लाइफ है ना, कहते उहदा लाइफ सारी उहदी गुरु दी होई, वो गुरु की बाणी नूं रिफ्लैक्ट करता है। एक सिख की जिहड़ी हार्ट बीट है ना, धड़कन है ना दिल की, वो गुरु है। वो दिल जो धड़कदा वो गुरु 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 करता है, उसकी लाइफ ही गुरु है। गुरु तो बगैर कुछ भी नहीं है। तो कहते जो भी कुछ है बिना गुरु तो उहदे वास्ते सब कुछ झूठा, वो झूठा ही करके देखदा उन्होंने। ते अगे जिहड़ा है जिवें एक मुर्दा है, जिन्हों जिहड़ा है मुर्दा होया होया, जिन्हों एक ग्रेफ मिली है, कहंदे उहदे विच वो पै के फिर अपने जिहड़े डिजायर्स हुंदे ना, अपनी वासनावां वो नहीं उठाउंदा, वो सिर्फ टिकिया रहिंदा भी जो गुरु ने दत्ता ठीक है। सी योर लाइफ बिकम्स लाइक अ बेबीज लाइफ, यू डोंट हैव एनी वरीज, you know things are happening but you don't feel tired because you don't have the ego of doing it. बंदा टायर्ड किदों होंदा जदों वो सोचदा मैं करदा, आई एम डूइंग। तां लोग अक नहीं जांदे फैमिलियां दे विच, हसबैंड वाइफ की लड़ाई की होंदी आ, तू बच्चे नहीं समझदा, तू रात नूं उठदा, मैं उठदी हां, तू 2 घंटे तू उठा कर, मैं उठा करूंगा, मैं काम करना। मैं व्हाई यू फील दैट वे? बिकॉज यू आर फीलिंग दैट यू आर डूइंग द वर्क ऑल ऑन योर ओन। तां तुसीं फिर टायर्ड करदे हो। जे तुसीं समझो भी जो करा रहा परमात्मा करा रहा है, परमात्मा का सब कुछ है, थोड़ा कुछ नहीं है, फिर टायर्डनेस कित्थों आऊगी? किनू उलांबा दोगे तुसी भी मैं ये किया, मैं वो किया, मैं तेरा ये किया, और किनू कहोगे तुसी? नथिंग, राइट? सी दिस इज लाइफ। लाइफ कंप्लेन करने वास्ते नहीं हुंदी, रिग्रेट करने वास्ते नहीं लाइफ दत्ती थानू, अप्रीशिएट करने वास्ते दत्ती है। ते देखो लास आ गुरसिखां दी जिहड़ी है डेड बॉडी जिमें वो ग्रेफ रूपी गुरु दे विच जा समाउंदी है, कहंदे उत्थे ही हमेशा रह जाती है, फिर वो मुड़ के नहीं आउंदी। दैट मीन्स योर रीबर्थ वोंट बी देयर एनी मोर, योर आफ्टर लाइफ वोंट बी देयर, यू ऑलरेडी वन विद हिम, देन दैट इज द डेस्टिनेशन ऑफ लाइफ, भी परमात्मा नाल एक होना है। सो इत्थे एपीसोड की समाप्ति हुंदी है। अगला जिहड़ा एपीसोड 21वां एपीसोड आवेगा वो सच्चा गुरु। सच्चा गुरु कौन है, सच्चा गुरु का की रोल है अपनी लाइफ के आप विचारांगे। सो इत्थे एक गल का तुसीं पक्का लै लो, एक सिख बनना यू हैव टू डाई इन अ वे फ्रॉम मटीरियलिस्टिक वर्ल्ड, फ्रॉम दिस डिजायर्स, यू हैव टू राइज अबव ऑल दिस। ਉਹੀ चीज़ है, ਉਹੀ खुश है, ਉਹੀ सुख है, ਉਹੀ आनंद है जिंदगी का। सो भुलां चुकां दी माफ़ी। वाहिगुरू जी का खालसा, वाहिगुरू जी की